हर एक खबर पिछे चलदी असल कहानी दा सच सामने लैके आउंदा, राजनीति दी हरेक रणनीति तो जाणू करवाउंदा, सिस्टम विच पसरे भ्रिष्टाचार नूं उजागर करदा, धन कुबेरां, गैर समाजी तत्तां, प्रशासनिक अधिकारियां ते सियासतदानां दे गठजोड़ दा पर्दाफाश करदा, तत्थां सहित सही ਅਤੇ ਸਟੀਕ ਵਿਸ਼ਲੇਸ਼ਣ ਪੇਸ਼ ਕਰਦਾ। ਇਹ ਹੈ ਟੀਵੀ ਪੰਜਾਬੀ ਦੁਨੀਆ, ਆਪਣੀ ਬੋਲੀ ਆਪਣਾ ਮਾਣ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹਾਜ਼ਰ ਹੋ ਗਏ ਜੀ। ਟੋਰਾਂਟੋ ਸਟੂਡੀਓ ਤੋਂ ਮੈਂ ਹਰਜੀਤ ਸਿੰਘ ਗਿੱਲ ਤੇ ਮੇਰੇ ਨਾਲ ਚੰਡੀਗੜ੍ਹ ਤੋਂ ਜੁੜ ਗਏ ਨੇ ਸੁਸ਼ੀਲ ਦਸਾਂਝ ਜੀ। ਮੈਂ ਆਪਣੇ ਦਰਸ਼ਕਾਂ ਦੇ ਨਾਲ ਦਸਾਂਝ ਸਾਹਿਬ ਦਾ ਕਰਦਾ ਸਵਾਗਤ जी। बहुत मेहरबानी, बहुत शुक्रिया हरजीत गिल जी ते टीवी पंजाबी दुनिया के सारे दर्शकों का स्वागत भी है। प्यार भरी सत श्री अकाल जी, आदाब ते नमस्कार जी। हरजीत गिल ਦਸਾਂਝ ਸਾਹਿਬ ਅੱਜ ਬੜਾ ਵੱਡਾ ਦਿਨ ਹੈ। ਮੈਨੂੰ ਲੱਗਦਾ ਇਨਵੀਟੇਸ਼ਨ ਨਹੀਂ ਆਇਆ, ਖੱਦਰ ਦਾ ਪਾ ਕੇ ਸੂਟ ਬੈਠੇ ਹੋ ਤੁਸੀਂ, ਕੋਟ ਟਾਈ ਲਾ ਕੇ ਵਿਆਹ 'ਚ ਨਹੀਂ ਸੀ ਜਾਣਾ। ਅੱਜ ਸਾਡੇ ਭਰਾ ਦਾ ਵਿਆਹ ਜੀ, ਸਾਡੇ ਮੁੱਖ ਮੰਤਰੀ ਦਾ, ਔਰ ਬੜੀ ਖੁਸ਼ੀ ਵਾਲੀ ਖਬਰ ਹੈ। ਅਸੀਂ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ। ਇੱਕ ਕਸ਼ਟ ਹੁੰਦਾ ਜਦੋਂ ਪਰਿਵਾਰ ਦੇ ਵਿੱਚ ਇੱਦਾਂ ਦੇ ਮਾਹੌਲ 'ਚੋਂ ਵਿਅਕਤੀ ਗੁਜ਼ਰਦਾ, ਪਰ ਦਾਤ ਦੇਣੀ ਬਣੇਗੀ ਇਸ ਗੱਲ ਦੀ ਭਗਵੰਤ ਮਾਨ ਹੋਰਾਂ ਨੂੰ ਕਿ ਜਿਹੜੇ ਡਿਪਰੈਸ਼ਨ ਦੇ ਡੇ ਹੁੰਦੇ ਆ ਉਹਨਾਂ ਦੇ ਵਿੱਚ, ਚਾਹੇ ਉਹਨਾਂ ਦੇ ਉੱਤੇ ਕਈ ਉਂਝਾਂ ਲੱਗੀਆਂ ਕਿ ਉਹ ਨਸ਼ੇ ਦੇ ਦੌਰ 'ਚ ਚਲੇ ਗਏ, ਕਈ ਕੁਝ ਹੁੰਦਾ, ਲੋਕ ਤੇ ਕਈ ਵਾਰ ਜ਼ਿੰਦਗੀ ਦਾ ਹੀ ਸਾਥ ਛੱਡ ਜਾਂਦੀ ਉਹਨਾਂ ਦੀ, ਪਰ ਉਹਨਾਂ ਦਾ ਇਸ ਮਕਾਮ 'ਤੇ ਪਹੁੰਚ ਜਾਣਾ ਇੱਕ ਬੜਾ ਵੱਡਾ ਹਾਸਲ ਹੈ ਉਹਨਾਂ ਦਾ। ਇਹ ਪਰਿਵਾਰਕ ਦੁੱਖ 'ਚੋਂ ਵਿਚਰਦਿਆਂ ਹੋਇਆਂ ਵੀ ਤੇ ਆਖਰਕਾਰ ਉਹਨਾਂ ਦੇ ਪਰਿਵਾਰ ਨੇ ਉਹਨਾਂ ਨੂੰ ਮਨਾ ਲਿਆ, ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਫੈਸਲਾ। ਸੋ ਅਸੀਂ ਜਿੱਥੇ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹਾਂ, ਉੱਥੇ ਇਹ ਵੀ ਆਸ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਨਵਾਂ ਜੀਵਨ ਸਾਥੀ ਮਿਲਣ ਤੋਂ ਬਾਅਦ ਉਹਨਾਂ ਦੀ ਪ੍ਰਭਤਾ ਵਿੱਚ ਹੋਰ ਨਿਖਾਰ ਆਏਗਾ ਤੇ ਪੰਜਾਬ ਵਾਸਤੇ ਬਿਹਤਰ, ਪੰਜਾਬ ਦੇ ਭਵਿੱਖ ਲਈ ਹੋਰ ਵਧੀਆ ਉਹ ਕੰਮ ਕਰ ਸਕਣਗੇ। ਅਸੀਂ ਇਸ ਖੁਸ਼ੀ 'ਚ ਸ਼ਾਮਲ ਹੁੰਦੇ ਹਾਂ। ਵੈਸੇ ਮੈਂ ਉਹਨਾਂ ਦੇ ਪਹਿਲੇ ਵਿਆਹ ਦੀ ਖੁਸ਼ੀ 'ਚ ਭਰਪੂਰ ਸ਼ਾਮਲ ਸੀ। ਉਹਨਾਂ ਦੀ ਰਿਸੈਪਸ਼ਨ 'ਚ ਪੂਰਾ ਵਿਆਹ ਉਹਨਾਂ ਦਾ ਅਸੀਂ ਨੇੜਿਓਂ ਵੇਖਿਆ ਸੀਗਾ। ਸੋ ਹੁਣ ਬਹੁਤ ਦੂਰ ਬੈਠੇ ਹਾਂ ਤੇ ਮੈਂ ਚਾਹੁੰਦਾ ਸੀ ਦਸਾਂਝ ਸਾਹਿਬ ਅੱਜ ਜ਼ਰੂਰ ਸ਼ਾਦੀ 'ਚ ਜਾਂਦੇ। बहुत मेहरबानी, शुक्रिया ਤੁਹਾਡਾ। ਤੇ ਦੂਜੀ ਗੱਲ, ਮੁਬਾਰਕਬਾਦ ਪੰਜਾਬੀ ਟੀਵੀ ਪੰਜਾਬੀ ਦੁਨੀਆ ਪਰਿਵਾਰ ਵੱਲੋਂ ਹੈ, ਭਗਵੰਤ ਮਾਨ ਤੇ ਉਹਨਾਂ ਦੇ ਸਾਰੇ ਪਰਿਵਾਰ ਨੂੰ। ਦੇਖੋ ਗੱਲ ਇਹ ਹੈ ਕਿ ਬਹੁਤ ਸਾਦੇ ਕਿਸਮ ਦਾ ਅੱਜ ਦਾ ਜਿਹੜਾ ਉਹਨਾਂ ਦਾ ਵਿਆਹ ਦਾ ਸਮਾਗਮ ਹੈ। ਪਰਿਵਾਰਕ ਮੈਂਬਰ ਹੀ ਹੋਣਗੇ ਵਿਆਹ ਦੇ ਵਿੱਚ ਤੇ ਬਹੁਤ ਨੇੜੇ ਦੇ ਜਾਣੀ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦਿੱਲੀ ਤੋਂ ਹੋਣਗੇ। ਰਾਘਵ ਚੱਡਾ ਹੋਰੀ ਉਹਨਾਂ ਦੀ ਸਾਰਾ ਇਹ ਪ੍ਰਬੰਧ ਕਰ ਰਹੇ ਆ ਤੇ ਬਹੁਤ ਲਿਮਟਿਡ ਜੇ ਲੋਕ ਹੋਣਗੇ। ਤੇ ਪਰ ਇਹ ਹੈ ਕਿ ਤੁਹਾਡੇ ਵਰਗੇ ਸਿਰਦ ਲੋਕ, ਬਾਕੀ ਜਿਹੜੇ ਹੋਰ ਦੋਸਤ ਮਿੱਤਰ ਹੈਗੇ ਆ ਜਾਂ ਜਿਹੜੇ ਵੀ ਇਸ ਗੱਲ ਨੂੰ ਸਮਝਦੇ ਆ ਕਿ ਇਹ ਜ਼ਿੰਦਗੀ ਹੈ ਤੇ ਜ਼ਿੰਦਗੀ 'ਚ ਵਿਚਰਦਿਆਂ ਤੁਹਾਡੇ ਸਾਹਮਣੇ ਬਹੁਤ ਸਾਰੇ ਚੈਲੰਜ ਆਉਂਦੇ, ਚੁਣੌਤੀਆਂ ਆਉਂਦੀਆਂ, ਤੁਸੀਂ ਉਹਦੇ ਤੋਂ ਪਾਰ ਨਿਕਲਦੇ ਹੋ ਤੇ ਆਖਰਕਾਰ ਤੁਸੀਂ ਇੱਕ ਪਰਿਵਾਰਕ ਜਿਹੜਾ ਜੀਵਨ ਹੈ ਉਹ ਵੀ ਦੁਬਾਰਾ ਸ਼ੁਰੂ ਕਰਨ ਦੀ ਸਥਿਤੀ 'ਚ ਪਹੁੰਚਦੇ ਹੋ। ਤਾਂ ਇਹ ਇੱਕ ਚੰਗੀ ਗੱਲ ਹੈ ਤੇ ਹੌਸਲੇ ਵਾਲੀ ਗੱਲ ਹੈ। ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਕਿ ਇੱਕ ਦੌਰ ਸੀ ਜਦੋਂ ਉਹ ਬਹੁਤ ਬੁਰੀ ਤਰ੍ਹਾਂ ਟੁੱਟ ਰਹੇ ਸੀ। ਜਦੋਂ ਪਹਿਲੀ ਇਲੈਕਸ਼ਨ ਹਾਰੀ ਉਹਨਾਂ ਨੇ ਲਹਿਰਾ ਗਾਗਾ ਤੋਂ, ਤੇ ਫਿਰ ਜਦੋਂ ਪਹਿਲੀ ਇਲੈਕਸ਼ਨ ਜਿੱਤੀ ਉਦੋਂ ਉਹਨਾਂ ਦੇ ਪਹਿਲੇ ਜੀਵਨ ਸਾਥੀ ਨੇ ਜਿਹੜੇ ਆ ਇੰਦਰਜੀਤ ਕੌਰ ਸ਼ਾਇਦ ਉਹਨਾਂ ਨਾਲ, ਤੇ ਉਹ ਨਾਲ ਸੀਗੇ ਇਲੈਕਸ਼ਨ ਕੰਪੇਨ 'ਚ ਵੀ ਨਾਲ ਸੀ। ਪਰ ਜਿੱਤਣ ਤੋਂ ਬਾਅਦ ਉਹਨਾਂ ਦੀਆਂ ਜ਼ਿੰਦਗੀਆਂ ਵਧੀਆਂ। ਉਹ ਚਾਹੁੰਦੇ ਸੀ ਕਿ ਭਗਵੰਤ ਮਾਨ ਪੰਜਾਬ ਨੂੰ ਛੱਡ ਕੇ ਕੈਲੀਫੋਰਨੀਆ ਉਹਨਾਂ ਦੇ ਕੋਲ ਸੈਟਲ ਹੋਣ। ਤੇ ਭਗਵੰਤ ਮਾਨ ਜੋ ਕਿ ਸਿਆਸਤ ਦੇ ਵਿੱਚ ਆਏ ਸੀ, ਨਵੇਂ MP ਬਣੇ ਸੀ, ਤੇ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਪੰਜਾਬ ਦੀ ਸੇਵਾ ਕਰਨੀ ਹੈ, ਪੰਜਾਬ ਸਿਆਸਤ 'ਚ ਰਹਿ ਕੇ ਤੇ ਇੱਕ ਬਦਲਵੀਂ ਸਿਆਸਤ ਦੇਣੀ ਹੈ। ਤੇ ਉਹ ਕਹਿੰਦੇ ਸੀ ਕਿ ਤੁਸੀਂ ਕੈਲੀਫੋਰਨੀਆ ਛੱਡ ਕੇ ਇੱਥੇ ਪਰਿਵਾਰ ਦੇ ਨਾਲ ਸਾਡੇ ਨਾਲ ਰਹੋ, ਇਕੱਠੇ ਰਹੋ। ਪਰ ਇਹ ਡਿਫਰੈਂਸਿਸ ਵੱਧ ਗਏ ਉਹਨਾਂ ਦੇ। ਇਹ ਜ਼ਿੱਦ ਜਿਹੜੀ ਸੀ ਇੱਕ ਦੂਜੇ ਦੀ ਕਿ ਨਹੀਂ ਤੁਸੀਂ ਪੰਜਾਬ ਆਓ, ਤੇ ਕਹਿੰਦੇ ਸੀ ਤੁਸੀਂ ਕੈਲੀਫੋਰਨੀਆ ਆਓ। ਉਹਨੇ ਇਹਨਾਂ ਨੂੰ ਆਖਰਕਾਰ ਜਿਹੜਾ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਵੱਖਰੇ ਹੋਣ ਦਾ ਜਿਹੜਾ ਆ ਇੱਕ ਸਬੱਬ ਬਣ ਗਿਆ। ਤੇ ਕੋਈ ਲੜ ਝਗੜ ਕੇ ਨਹੀਂ, ਮਤਲਬ ਉਹ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਹੀ ਜਿਹੜੇ ਆ ਇੱਕ ਦੂਜੇ ਤੋਂ ਵੱਖ ਹੋਏ ਸੀ। ਤੇ ਉਹ ਸਮਾਂ ਸੀ ਜਦੋਂ ਡਿਪਰੈਸ਼ਨ 'ਚ ਵੀ ਸੀ। ਵੀਡੀਓਜ਼ ਸਾਰੀਆਂ, ਤਸਵੀਰਾਂ ਬਹੁਤ ਵਾਇਰਲ ਜਿਹੜਾ ਹੋਇਆ
ਤੇ ਪਰ ਉਹਦੇ ਚੋਂ ਵੀ ਉਹ ਨਿਕਲੇ, ਉਹਦੇ ਚੋਂ ਨਿਕਲ ਕੇ ਉਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਸਿਆਸਤ ਜਿਹੜੀ ਹੈ ਡਿਜ਼ਾਈਨ ਕੀਤੀ ਤੇ ਪਾਰਟੀ ਦੇ ਅੰਦਰੂਨੀ ਸੰਕਟ ਦੇ ਨਾਲ ਵੀ ਦੋ ਚਾਰ ਹੋਏ, ਇੱਕ ਵਾਰ ਨਹੀਂ ਕਈ ਵਾਰ ਹੋਏ। ਈਵਨ ਜਦੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਚੀਫ ਮਿਨਿਸਟਰ ਦਾ, ਉਸ ਤੋਂ ਪਹਿਲਾਂ ਦੇ ਜਿਹੜੇ 2-3 ਮਹੀਨੇ ਸੀ ਉਹ ਵੀ ਬਹੁਤ ਮਾਨਸਿਕ ਪੀੜਾ ਦੇ ਵਿੱਚ ਉਹਨਾਂ ਨੇ ਗੁਜ਼ਾਰੇ। ਕਈ ਦਿਨ ਜਿਹੜੇ ਆ ਭਗਵੰਤ ਮਾਨ ਚੁੱਪ ਰਹਿੰਦੇ ਸੀ, ਕਈ ਦਿਨ ਜਿਹੜੇ ਆ ਮੀਡੀਆ 'ਚ ਨਜ਼ਰ ਨਹੀਂ ਸੀ ਆਉਂਦੇ, ਪਤਾ ਨਹੀਂ ਸੀ ਕਿੱਥੇ ਚਲੇ ਜਾਂਦੇ ਸੀ। ਉਹ ਦੌਰ ਵੀ ਸੀ। ਉਹ ਸਾਰੇ ਜਿਹੜਾ ਇੱਕ ਪਰਿਵਾਰਕ ਸੰਕਟ, ਦੂਜਾ ਰਾਜਨੀਤਿਕ ਤੌਰ ਦੇ ਉੱਤੇ ਪਾਰਟੀ ਦੇ ਅੰਦਰ ਇੱਕ ਦਬਾਅ ਤੇ ਵਿਰੋਧੀਆਂ ਦੇ ਹਮਲੇ, ਉਹ ਸਾਰਾ ਕੁਝ ਬਰਦਾਸ਼ਤ ਕਰਦਿਆਂ ਆਖਿਰਕਾਰ ਉਹਨਾਂ ਨੇ ਜਿੱਤ ਵੀ ਹਾਸਲ ਕੀਤੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਉਹਨਾਂ ਨੇ 3.5 ਮਹੀਨੇ ਦਾ ਆਪਣਾ ਕਾਰਜਕਾਲ ਵੀ ਬੜਾ ਬਿਹਤਰ ਢੰਗ ਦੇ ਨਾਲ ਨਿਭਾਇਆ। ਤੇ ਫਿਰ ਪਰਿਵਾਰ ਦੀ ਇੱਛਾ ਦੇ ਮੁਤਾਬਕ ਜੋ ਜਾਣਕਾਰੀ ਹੈ, ਆਪਣੀ ਭੈਣ ਤੇ ਆਪਣੇ ਮਾਤਾ ਜੀ ਦੀ ਇੱਛਾ ਦੇ ਮੁਤਾਬਕ ਉਹਨਾਂ ਨੇ ਹਾਮੀ ਭਰੀ ਵਿਆਹ ਲਈ। 2019 ਚ ਇਸ ਲੜਕੀ ਡਾਕਟਰ ਗੁਰਪ੍ਰੀਤ ਕੌਰ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ ਤੇ ਉਹ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਦੇ ਕਾਫੀ ਨੇੜੇ ਰਹੇ ਨੇ। ਜਦੋਂ ਸਹੁੰ ਚੁੱਕ ਸਮਾਗਮ ਹੋਇਆ ਭਗਵੰਤ ਮਾਨ ਦਾ ਐਜ਼ ਏ ਚੀਫ ਮਿਨਿਸਟਰ, ਉਦੋਂ ਵੀ ਉਹ ਹਾਜ਼ਰ ਸੀ ਉੱਥੇ, ਪਰ ਇਹ ਗੱਲ ਕਿਤੇ ਵੀ ਬਾਹਰ ਨਹੀਂ ਸੀ। ਤੇ ਫਿਰ ਕੱਲ ਸਰਪ੍ਰਾਈਜ਼ਿੰਗ ਤਰੀਕੇ ਦੇ ਨਾਲ ਜਿਹੜੀ ਖਬਰ ਆਈ ਕਿ ਉਹ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਆ। ਤੇ ਜਿੱਦਾਂ ਕਹਿੰਦੇ ਆ, ਆਪਾਂ ਗੱਲ ਕਰਦੇ ਸੀ ਕਿ ਆਮ ਆਦਮੀ ਪਾਰਟੀ ਦੇ ਕਈ ਫੈਸਲੇ ਹੈਰਾਨ ਕਰਨ ਵਾਲੇ, ਤੇ ਇਹਨਾਂ ਦਾ ਵੀ ਫੈਸਲਾ ਅਚਾਨਕ ਹੀ ਜਦੋਂ ਸਾਡੇ ਸਾਹਮਣੇ ਆਉਂਦਾ ਵੀ ਸਿਰਫ 24 ਘੰਟੇ ਰਹਿ ਗਏ ਉਹਨਾਂ ਦੇ ਵਿਆਹ ਨੂੰ, ਤੇ ਫਿਰ ਬੜੇ ਹੈਰਾਨ ਹੁੰਦੇ ਆ ਲੋਕ ਤੇ ਵੱਖਰੀ ਵੱਖਰੀ ਤਰ੍ਹਾਂ ਦੀਆਂ ਟਿੱਪਣੀਆਂ ਹੁੰਦੀਆਂ। ਅਸੀਂ ਉਹਨਾਂ ਸਾਰਿਆਂ ਦੀਆਂ ਟਿੱਪਣੀਆਂ ਨੂੰ ਦਰਕਿਨਾਰ ਕਰਦੇ ਹਾਂ ਤੇ ਅਸੀਂ ਉਹਨਾਂ ਦੀ ਇਸ ਖੁਸ਼ੀ ਦੇ ਵਿੱਚ ਜ਼ਰੂਰ ਸ਼ਾਮਲ ਵੀ ਹਾਂ ਤੇ ਮੁਬਾਰਕਬਾਦ ਵੀ ਦਿੰਦੇ ਹਾਂ ਤੇ ਉਹਨਾਂ ਦੀ ਹੌਸਲੇ ਦੀ ਵੀ ਦਾਤ ਦਿੰਦੇ ਹਾਂ ਕਿ ਉਹਨਾਂ ਨੇ ਸਾਰੇ ਸੰਕਟ ਤੋਂ ਗੁਜ਼ਰਦਿਆਂ ਹੋਇਆ ਆਪਣੇ ਆਪ ਨੂੰ ਬਿਹਤਰ ਵੀ ਕੀਤਾ ਹੈ ਤੇ ਆਪਣੇ ਪਰਿਵਾਰ ਦੇ ਨਾਲ ਜਿਹੜਾ ਆ ਹੋਰ ਜ਼ਿਆਦਾ ਨੇੜਤਾ ਵੀ ਜਿਹੜੀ ਹੈ ਉਹ ਬਣਾ ਲਈ ਆਪਣੀ ਮਾਂ ਆਪਣੀ ਭੈਣ ਨਾਲ, ਤੇ ਇੱਕ ਨਵੇਂ ਜੀਵਨ 'ਚ ਪ੍ਰਵੇਸ਼ ਕਰ ਰਹੇ ਨੇ। ਇਹ ਜ਼ਰੂਰ ਹੈ ਕਿ ਉਹਨਾਂ ਦੀਆਂ ਦੂਰੀਆਂ ਜ਼ਿੰਮੇਵਾਰੀਆਂ ਰਹਿਣਗੀਆਂ, ਭਾਵੇਂ ਪੁਰਾਣੀ ਜਿਹੜੀ ਉਹਨਾਂ ਦੀ ਰਿਸ਼ਤੇਦਾਰੀ ਹੈ ਜਾਂ ਉਹਨਾਂ ਦਾ ਪਰਿਵਾਰ ਹੈ ਉਹਨਾਂ ਨਾਲ ਉਸ ਤਰ੍ਹਾਂ ਦਾ ਰਿਸ਼ਤਾ ਭਾਵੇਂ ਨਹੀਂ ਹੈ, ਪਰ ਆਪਣੇ ਬੱਚਿਆਂ ਦੇ ਨਾਲ ਉਹਨਾਂ ਦਾ ਬਿਹਤਰ ਰਿਸ਼ਤਾ ਬਣਿਆ ਰਵੇ। ਉਹਨਾਂ ਦੇ ਸਮਾਗਮ 'ਚ ਵੀ ਉਹਨਾਂ ਦੇ ਦੋਨੋਂ ਬੱਚੇ, ਬੇਟਾ ਤੇ ਬੇਟੀ ਆਏ ਸੀਗੇ ਅਮਰੀਕਾ ਤੋਂ, ਉਹਨਾਂ ਦਾ ਰਿਸ਼ਤਾ ਵੀ ਉਹਨਾਂ ਦਾ ਬਿਹਤਰ ਬਣਿਆ ਰਵੇ ਤੇ ਨਵੇਂ ਰਿਸ਼ਤੇ ਦੇ ਵਿੱਚ ਵੀ ਉਹ ਬਿਹਤਰ ਰਹਿਣ ਤੇ ਉਹਨਾਂ ਦੀਆਂ ਖੁਸ਼ੀਆਂ ਵਧਣ ਤੇ ਨਾਲ ਪੰਜਾਬ ਦੀ ਸੇਵਾ ਜਾਂ ਪੰਜਾਬ ਦੀ ਸਰਕਾਰ ਨੂੰ ਚਲਾਉਂਦਿਆਂ ਜਿਹੜੇ ਚੈਲੰਜ ਹੈ ਉਹਨਾਂ ਨੂੰ ਵੀ ਉਹ ਕਬੂਲ ਕਰਦੇ ਅੱਗੇ ਵਧਣ। ਇਸ ਗੱਲ ਦੀ ਦੁਆ ਕਰਦੇ ਹੋਏ ਉਮੀਦ ਕਰਦੇ ਆ ਕਿ ਉਹਨਾਂ ਦੀ ਜ਼ਿੰਦਗੀ ਹੋਰ ਬਿਹਤਰ ਹੋਵੇ। ਬਿਲਕੁਲ ਸਾਹਿਬ, ਮੇਰੇ ਖਿਆਲ ਉਹਨਾਂ ਦੀ ਪਰਸਨਲ ਲਾਈਫ ਤੇ ਉਹਦੇ ਉੱਤੇ ਇਹਦੋਂ ਵੱਧ ਆਪਾਂ ਨੂੰ ਹੋਰ ਕੋਈ ਗੱਲ ਨਹੀਂ ਕਰਨੀ ਚਾਹੀਦੀ, ਪਰ ਜਿਹੜੇ ਵੱਡੇ ਲੋਕ ਹੁੰਦੇ ਆ, ਕਿਉਂਕਿ ਹੁਣ ਉਹ ਵੱਡੇ ਲੋਕਾਂ 'ਚ ਸ਼ੁਮਾਰ ਨੇ, ਪੰਜਾਬ ਦਾ ਸੀਐਮ ਹੋਣਾ ਇੱਕ ਛੋਟੀ ਜਿਹੀ ਗੱਲ ਨਹੀਂ ਹੈ, ਬਹੁਤ ਵੱਡੀ ਗੱਲ ਹੈ। ਔਰ ਜਿਹੜੇ ਵੱਡੇ ਲੋਕ ਹੁੰਦੇ ਆ ਉਹਨਾਂ ਨੂੰ ਦੇਖ ਕੇ ਲੋਕ ਜਿਹੜੇ ਆ ਉਹ ਰਾਹ ਜਿਹੜੇ ਉਹ ਬਣਾਏ ਹੁੰਦੇ ਉਹਨਾਂ ਨੇ, ਉਹਨਾਂ 'ਤੇ ਚੱਲਣ ਦਾ ਯਤਨ ਕਰਦੇ ਆ। ਬਹੁਤ ਸਾਰੇ ਲੋਕਾਂ ਨੂੰ ਉਹਨਾਂ ਦੇ ਲਾਈਫ ਤੋਂ ਸਿੱਖਿਆ ਲੈਣੀ ਬਣਦੀ ਆ। ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਉਹਨਾਂ ਦੇ ਨਾਂ ਜਿੰਨੀ ਜਾਇਦਾਦ ਜਾਂ ਜੋ ਕੁਝ ਉਹਨਾਂ ਨੇ ਹੁਣ ਤੱਕ ਆਪਣੀ ਮਿਹਨਤ ਨਾਲ ਬਣਾਇਆ, ਉਹ ਜਿਹੜਾ ਪਰਿਵਾਰ ਪਿੱਛੇ ਛੁੱਟ ਗਿਆ ਉਹਨਾਂ ਕੋਲੋਂ, ਭਾਵੇਂ ਬੱਚੇ ਉਹਨਾਂ ਦੇ ਨਾਲ ਹੀ ਨੇ, ਸਾਰੀ ਜਾਇਦਾਦ ਉਹਨਾਂ ਬੱਚਿਆਂ ਦੇ ਨਾਂ ਕੀਤੀ। ਇਹ ਜਿਹੜੀਆਂ ਰਿਸ਼ਤੇ ਹੁੰਦੇ ਆ ਜਦੋਂ ਟੁੱਟਦੇ ਆ ਸਾਡੇ ਸਮਾਜ ਦੇ ਵਿੱਚ, ਤੇ ਇੱਕ ਨਫ਼ਰਤ ਵਰਗਾ ਮਾਹੌਲ ਬਣ ਜਾਂਦਾ ਰਿਸ਼ਤੇਦਾਰੀਆਂ 'ਚ। ਪਰ ਜਿਹੜਾ ਪੱਛਮੀ ਸਮਾਜ ਆ ਉਹਦੇ ਵਿੱਚ ਤੇ ਆਪਾਂ ਦੇਖਦੇ ਹਾਂ ਕਿ ਇਸ ਤਰ੍ਹਾਂ ਕਈ ਵਾਰ ਰਿਸ਼ਤੇ ਟੁੱਟਦੇ ਆ, ਕਈ ਵਾਰ ਫਿਰ ਵੀ ਜੁੜ ਜਾਂਦੇ ਆ, ਤਲਾਕ ਤੋਂ ਬਾਅਦ ਵੀ ਲੋਕ ਮਿਲਦੇ ਆ। ਇੱਥੋਂ ਤੱਕ ਕਿ ਵਿਆਹ ਤੋਂ ਪਹਿਲਾਂ ਦੇ ਜਿਹੜੇ ਰਿਲੇਸ਼ਨ ਹੁੰਦੇ ਆ, ਬॉयਫ੍ਰੈਂਡ ਗਰਲਫ੍ਰੈਂਡ ਵਾਲੇ, ਉਹ ਵੀ ਇੱਥੇ ਆਮ ਮਿਲਦੇ ਆ। ਕਈ ਵਾਰ ਬੱਚੇ ਵੀ ਕਹਿੰਦੇ ਆ ਕਿ ਮੇਰੀ ਮੰਮੀ ਦੇ ਫਰੈਂਡ ਆਇਆ ਸੀ, ਬॉयਫ੍ਰੈਂਡ ਆਇਆ ਸੀਗਾ, ਹਾਲਾਂਕਿ ਉਹਦੇ ਪਾਪਾ ਵੀ ਹੋਰ ਹੁੰਦੇ ਆ। ਮਤਲਬ ਥੋੜਾ ਖੁੱਲ੍ਹ ਡੁੱਲਾ ਵਿਚਾਰ ਜਿਹੜਾ ਹੁੰਦਾ, ਇਹਨੂੰ ਕੋਈ ਲੱਚਰਤਾ ਜਾਂ ਕੁਝ ਇਸ ਤਰ੍ਹਾਂ ਦੇ ਚ ਨਹੀਂ ਸੀ ਲੈਣਾ ਚਾਹੁੰਦੇ, ਕਿਉਂਕਿ ਜ਼ਿੰਦਗੀ ਹੈ ਤੇ ਜ਼ਿੰਦਗੀ ਨੂੰ ਜ਼ਿੰਦਗੀ ਦੀ ਤਰ੍ਹਾਂ ਜੀਣਾ ਬਣਦਾ। ਤੇ ਭਗਵੰਤ ਮਾਨ ਹਰਾਨ ਨੇ ਸਹੀ ਰਾਹ ਚੁਣਿਆ। ਉਹਨਾਂ ਨੇ ਆਪਣੀ, ਜਿਵੇਂ ਖਬਰਾਂ ਆ ਰਹੀਆਂ ਨੇ ਕਿ ਆਪਣੀ ਪ੍ਰਾਪਰਟੀ ਆਪਣੇ ਉਹਨਾਂ ਦੋਨਾਂ ਬੱਚਿਆਂ ਨੂੰ ਸਾਰੀ ਦੀ ਸਾਰੀ ਜਿਹੜੀ ਆ ਉਹ ਦੇ ਦਿੱਤੀ ਆ। ਉਹ ਇੱਕ ਕਿਸਮ ਦਾ ਨਵਾਂ ਜੀਵਨ ਸ਼ੁਰੂ ਹੋਣਾ, ਪਰ ਉਹ ਬੱਚੇ ਉਹਨਾਂ ਦੇ ਨਾਲ ਰਹਿਣਗੇ, ਉਹਨਾਂ ਦੀ ਛਤਰਛਾਇਆ ਤੋਂ ਉਹਨਾਂ ਤੋਂ ਸਬਕ ਸਿੱਖਣਗੇ, ਉਹਨਾਂ ਤੋਂ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਆ ਵੱਡੇ ਲੋਕਾਂ ਦੀਆਂ ਪਾਈਆਂ ਪੈੜਾਂ ਦੇ ਉੱਤੇ ਚੱਲਦੇ ਹੋਏ ਨਫ਼ਰਤਾਂ ਨੂੰ ਛੱਡ ਕੇ ਪਿਆਰ ਮੁਹੱਬਤ ਦਾ ਸੰਸਾਰ ਜਿਹੜਾ ਉਹ ਬਣਾਉਣਗੇ। ਔਰ ਉਮੀਦ ਕਰਦੇ ਹਾਂ ਕਿ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨਾਲ ਹੋਰ ਊਰਜਾ ਭਰ ਕੇ ਉਹ ਪੰਜਾਬ ਦੀ ਬਿਹਤਰੀ ਲਈ ਚੰਗਾ ਕੰਮ ਕਰਨਗੇ। ਬਿਲਕੁਲ, ਅਸੀਂ ਤਾਂ ਇਹੀ ਸਮਝਦੇ ਹਾਂ ਤੇ ਕੱਲ ਤੋਂ ਜੋ ਮੈਂ ਦੇਖ ਰਿਹਾ ਜਿਸ ਤਰੀਕੇ ਦੇ ਨਾਲ ਮਤਲਬ ਹੋਸ਼ਾਪਣ ਹੈ ਸੋਸ਼ਲ ਮੀਡੀਆ ਦੇ ਉੱਤੇ,
ਤੇ ਸੋਸ਼ਲ ਮੀਡੀਆ ਦੇ ਨਾਲ ਸੋ ਕਾਰਡ ਜਿਹੜਾ ਪੰਜਾਬੀ ਦਾ ਮੀਡੀਆ, ਜਿਵੇਂ ਇਹ ਸਾਰਾ ਕੁਝ ਜਿਹੜਾ ਇਹਨੂੰ ਕੀਤਾ ਜਾ ਰਿਹਾ, ਗੱਲਾਂ ਕੀਤੀਆਂ ਜਾ ਰਹੀਆਂ, ਉਹਦੇ ਨਾਲ ਮਨ ਦੁਖੀ ਹੁੰਦਾ ਹੈ। ਤੇ ਫਿਰ ਮਨ ਇਹ ਕਰਦਾ ਵੀ ਨਾ ਹੀ ਕੁਝ ਜਿਹੜਾ ਹੈ ਸਾਡੀ ਨਜ਼ਰਾਂ ਦੇ ਅੱਗੋਂ ਜਿਹੜਾ ਗੁਜ਼ਰੇ। ਬਹੁਤ ਬੇਹੂਦਾ ਕਿਸਮ ਦੀਆਂ ਟਿੱਪਣੀਆਂ ਲੋਕ ਜਿਹੜੇ ਆ ਇਸ ਮਸਲੇ ਤੇ ਕਰ ਰਹੇ ਆ, ਤੇ ਅਸਲ 'ਚ ਉਹ ਆਪਣਾ ਹੀ ਜਨਾਜ਼ਾ ਕੱਢ ਰਹੇ ਆ। ਸੋ ਮੈਂ ਸਮਝਦਾ ਕਿ ਅਸੀਂ ਇਹ ਪੰਜਾਬੀ ਦੁਨੀਆ ਦੇ ਰਾਹੀਂ ਇਹ ਜ਼ਰੂਰ ਮੈਸੇਜ ਕਨਵੇ ਕਰਨਾ ਚਾਹੁੰਦੇ ਹਾਂ, ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਹੈ, ਕਿ ਇਹ ਬਿਲਕੁਲ ਪਰਿਵਾਰ ਦਾ ਮਾਮਲਾ ਜਿਹੜਾ ਹੁੰਦਾ ਹੈ, ਨਿੱਜੀ ਮਾਮਲਾ ਹੁੰਦਾ ਹੈ, ਤੇ ਕੁਝ ਵੀ ਇਹਦੇ 'ਚ ਇਸ ਤਰ੍ਹਾਂ ਦਾ ਨਹੀਂ ਹੈ ਜਿਹਨੂੰ ਤੁਸੀਂ ਗਲਤ ਦੀ ਕੈਟਾਗਰੀ 'ਚ ਰੱਖ ਸਕਦੇ ਹੋ। ਬਿਲਕੁਲ ਠੀਕ ਹੋਇਆ, ਤੇ ਬਹੁਤ ਜ਼ਿਆਦਾ ਠੀਕ ਹੋਇਆ। ਸਗੋਂ ਕਈ ਵਾਰੀ ਇਹ ਹੁੰਦਾ ਕਿ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਮਰਹਲੇ ਏਦਾਂ ਦੇ ਆ ਜਾਂਦੇ ਆ ਕਿ ਕੁਝ ਏਦਾਂ ਦੀਆਂ ਘਟਨਾਵਾਂ ਵਾਪਰ ਜਾਂਦੀਆਂ, ਤੇ ਜਿਹੜੀਆਂ ਫਿਰ ਬਾਅਦ ਵਿੱਚ ਵਰਤਮਾਨ ਲਈ ਵੀ ਤੇ ਭਵਿੱਖ ਲਈ ਵੀ ਉਹਨਾਂ ਵਾਸਤੇ ਜਿਹੜਾ ਨੁਕਸਾਨਦੇਹ ਹੁੰਦੀ ਹੈ। ਉਹ ਸਾਰੀਆਂ ਜਿਹੜੀਆਂ ਭਵਿੱਖ ਦੀਆਂ ਕੋਈ ਏਦਾਂ ਦੀਆਂ ਘਟਨਾਵਾਂ ਵਾਪਰ ਸਕਦੀਆਂ ਸੀ ਭਗਵੰਤ ਮਾਨ ਉਹਨਾਂ ਦੀ ਜ਼ਿੰਦਗੀ ਦੇ ਵਿੱਚ, ਉਹਨਾਂ ਸਾਰਿਆਂ ਤੇ ਵੀ ਇੱਕ ਲਕੀਰ ਫਿਰ ਗਈ ਹੈ, ਤੇ ਇੱਕ ਨੋਰਮਲ ਲਾਈਫ ਦੇ ਵਿੱਚ ਉਹ ਵਾਪਸ ਆਏ ਨੇ, ਬਿਲਕੁਲ ਨੋਰਮਲ ਲਾਈਫ ਦੇ ਵਿੱਚ ਵਾਪਸ ਆਏ ਨੇ, ਤੇ ਇਹ ਵਾਪਸ ਉਹਨਾਂ ਨੂੰ ਨੋਰਮਲ ਲਾਈਫ 'ਚ ਆਉਣਾ ਹੀ ਚਾਹੀਦਾ ਸੀ। ਸੋ ਇੱਕ ਮੁੱਖ ਮੰਤਰੀ ਹੁੰਦਿਆਂ ਹੋਇਆ ਤੇ ਆਪਣੀ ਪਰਿਵਾਰਕ ਜ਼ਿੰਦਗੀ ਦੇ ਵਿੱਚ ਫਿਰ ਤੋਂ ਵਾਪਸ ਆਉਂਦਿਆਂ ਹੋਇਆ ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ ਕਿ ਅਸੀਂ ਤਾਂ ਉਹ ਸ਼ਾਇਦ ਉਮੀਦ ਕਰਦੇ ਹਾਂ ਕਿ ਉਹ ਜ਼ਿੰਦਗੀ ਦੇ ਵਿੱਚ ਵੀ ਤੇ ਸਿਆਸਤ ਦੇ ਵਿੱਚ ਵੀ ਹੋਰ ਬਿਹਤਰ ਪਰਫਾਰਮ ਕਰਨਗੇ। ਤੇ ਜੋ ਕੁਝ ਬਕਵਾਸਬਾਜ਼ੀ ਜਿਹੜੀ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਜਾਂ ਮੀਡੀਆ ਦੇ ਹਿੱਸੇ ਦੇ ਵਿੱਚ, ਉਹਨੂੰ ਅਸੀਂ, ਮੈਂ ਪਹਿਲਾਂ ਵੀ ਇੱਕ ਲਫ਼ਜ਼ ਵਰਤਿਆ ਕਿ ਅਸੀਂ ਤਾਂ ਬਿਲਕੁਲ ਦਰਖਾਸਤ ਕਰਦੇ। ਬਿਲਕੁਲ ਦਸਾਂਝ ਸਾਹਿਬ, ਅਸੀਂ ਉਹਨੂੰ ਇਗਨੋਰ ਕਰਨਾ ਚਾਹੁੰਦੇ ਹਾਂ, ਔਰ ਅਸੀਂ ਇਸ ਤਰ੍ਹਾਂ ਦੀ ਜਿਹੜੀ ਗੰਦੀ ਸਿਆਸਤ ਹੈ, ਚਾਹੇ ਉਹ ਸੋਸ਼ਲ ਮੀਡੀਆ ਤੇ ਹੋਵੇ, ਚਾਹੇ ਕਿਸੇ ਚੈਨਲ ਦੇ ਥਰੂ ਹੋਵੇ, ਅਸੀਂ ਉਹਦੀ ਭਰਪੂਰ ਨਿੰਦਾ ਕਰਦੇ ਹਾਂ, ਤੇ ਉਹਨਾਂ ਦੀ ਨਵੀਂ ਜ਼ਿੰਦਗੀ ਲਈ ਇੱਕ ਵਾਰ ਫਿਰ ਸ਼ੁਭ ਕਾਮਨਾਵਾਂ ਜਿਹੜੀਆਂ ਆਪਣੇ ਪਲੇਟਫਾਰਮ ਤੋਂ ਅਸੀਂ ਪੇਸ਼ ਕਰਦੇ ਹਾਂ। ਮੈਨੂੰ ਯਾਦ ਆ ਰਿਹਾ, ਕਈ ਵਾਰ ਜ਼ਿੰਦਗੀ 'ਚ ਫੈਸਲੇ ਬੰਦੇ ਨੇ ਪਹਿਲਾਂ ਸੋਚੇ ਹੁੰਦੇ ਆ, ਕਈ ਅਚਨਚੇਤ ਫੈਸਲੇ ਕਰਨੇ ਪੈਂਦੇ ਆ। ਮੈਂ ਕਈ ਵਾਰ ਆਪਣੇ ਮਿੱਤਰ ਕੁਲਦੀਪ ਧਾਲੀਵਾਲ ਜੀ ਕਿਹਾ ਕਰਦੇ ਸੀਗੇ, ਜਦੋਂ ਅਜੇ ਉਹ ਸਿਆਸਤ ਦੇ ਵਿੱਚ ਹੱਥ ਪੈਰ ਮਾਰ ਰਹੇ ਸੀਗੇ ਸ਼ੁਰੂਆਤੀ ਦੌਰ 'ਚ, ਕਿਸੇ ਨੇ ਵੀ ਨਹੀਂ ਸੋਚਿਆ ਹੁੰਦਾ ਕਿ ਮੈਂ ਕਦੀ ਇਸ ਅਹੁਦੇ 'ਤੇ ਪਹੁੰਚਣਾ ਹੈ, ਤੇ ਉਹ ਕਹਿੰਦੇ ਹੁੰਦੇ ਸੀ ਕਿ ਸਭ ਤੋਂ ਜ਼ਿਆਦਾ ਸਿਆਸਤਦਾਨਾਂ ਨੂੰ ਕਰਦੇ ਨੇ ਖਰਾਬ ਉਹਨਾਂ ਦੇ ਪਰਿਵਾਰ ਦੇ ਫਰਜ਼ੰਦ, ਬੱਚੇ। ਕੈਰੋ ਦੀ ਮਿਸਾਲ ਲੈ ਲਓ ਜਾਂ ਕਿਸੇ ਹੋਰ ਦੀ ਲੈ ਲਓ, ਤੇ ਉਹ ਕਰਦੇ ਨੇ। ਤੇ ਉਹ ਕਹਿੰਦੇ ਹੁੰਦੇ ਸੀ, ਮੈਂ ਆਪਣਾ ਜਿਹੜਾ ਆਦਰਸ਼ ਆ ਉਹ ਬਲਵੰਤ ਰਾਮੂ ਵਾਲੀ ਨੂੰ, ਹਾਲਾਂਕਿ ਬਲਵੰਤ ਰਾਮੂ ਵਾਲੀ ਨੂੰ ਆਦਰਸ਼ ਬਣਾਉਣਾ ਬਹੁਤੀ ਵਧੀਆ ਗੱਲ ਨਹੀਂ ਰਹੀ, ਬਣਾਇਆ ਹੋਇਆ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਬਾਹਰ ਸੈੱਟ ਕਰਕੇ ਤੇ ਦੁਬਾਰਾ ਸਿਆਸਤ 'ਚ ਇਕੱਲੇ ਆ ਕੇ ਸਿਆਸਤ ਕੀਤੀ ਆ। ਤੇ ਮੈਂ ਵੀ ਕੁਝ ਇਦਾਂ ਦਾ ਹੀ ਸੋਚਦਾ। ਉਹਨਾਂ ਸਮਿਆਂ ਦੀ ਗੱਲ ਹੈ ਜਦੋਂ ਹਾਲੇ MLA ਦੀ ਕੌਡੀ ਦੂਰ ਸੀ, ਉਹਨਾਂ ਵਾਸਤੇ ਸਿਆਸਤ ਵਿੱਚ ਹੱਥ ਪੈਰ ਮਾਰਦੇ ਸੀ, ਭਾਵੇਂ ਉਹ ਕਾਂਗਰਸ ਦੀ ਸਿਆਸਤ ਸੀ। ਸੋ ਕੁਝ ਲੋਕਾਂ ਨੇ ਪ੍ਰੀ ਪਲਾਨ ਕੀਤੇ ਹੁੰਦੇ ਆ, ਕੁਝ ਪ੍ਰੋਗਰਾਮ ਅਚਾਨਕ ਬਣ ਜਾਂਦੇ ਆ ਜ਼ਿੰਦਗੀਆਂ ਦੇ। ਸੋ ਇਸ ਤਰ੍ਹਾਂ ਹੀ ਜ਼ਿੰਦਗੀ ਚੱਲਦੀ ਹੈ ਜੀ, ਇਸੇ ਦਾ ਨਾਂ ਹੀ ਜ਼ਿੰਦਗੀ ਹੈ। ਬਿਲਕੁਲ ਲਾਈਫ ਹੈ, ਲਾਈਫ ਦੇ ਵਿੱਚ ਸਿਆਸਤ ਜਿਹੜੀ ਹੈ, ਜਿਸ ਕਿਸਮ ਦੀ ਸਿਆਸਤ ਹੈ ਅੱਜ ਮੁਖਤਾਰ ਦੀ ਜਿਹੜੀ ਸਿਆਸਤ ਹੈ, ਉਹਦੇ 'ਚ ਜਿਹੜੇ ਆਦਰਸ਼ ਹੈ ਜਾਂ ਬਾਕੀ ਚੀਜ਼ਾਂ ਜਿਹੜੀਆਂ ਉਹ ਬਿਲਕੁਲ ਨਹੀਂ ਹੈ। ਤੇ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਪਾਏ ਆ, ਉਹਨਾਂ ਨੇ ਇੱਕ ਮਾਡਲ ਜ਼ਰੂਰ ਸਾਡੇ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਤੇ ਅਸੀਂ ਇਹ ਜ਼ਰੂਰ ਚਾਹਾਂਗੇ ਕਿ ਜਿੰਨਾ ਵੀ ਚੰਗਾ ਹੋ ਸਕਦਾ ਇਹ ਜਿਹੜੇ ਕਰ ਰਹੇ ਨੇ ਜਾਂ ਕਰਨਗੇ, ਤੇ ਚੰਗੀ ਗੱਲ ਹੈ, ਪੰਜਾਬ ਲਈ ਵੀ ਚੰਗੀ ਗੱਲ ਹੈ ਕਿ ਪੰਜਾਬ ਦੇ ਲੋਕ ਜਿਹੜੇ ਆ ਬਹੁਤ ਬੁਰੀ ਤਰ੍ਹਾਂ ਥੱਕ ਚੁੱਕੇ ਨੇ, ਟੁੱਟ ਚੁੱਕੇ ਨੇ, ਅੱਕ ਚੁੱਕੇ ਨੇ, ਤੇ ਇੱਕ ਨਵੀਂ ਸਵੇਰ ਦੀ ਉਡੀਕ ਦੇ ਵਿੱਚ ਹੀ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਇਹਨਾਂ ਨਵੇਂ ਲੋਕਾਂ ਨੂੰ ਇੱਕ ਮੌਕਾ ਦਿੱਤਾ ਹੈ, ਤੇ ਇਸ ਮੌਕੇ ਨੂੰ ਭਰਪੂਰਤਾ ਦੇ ਨਾਲ ਅਵੇਲ ਕਰਨ ਦੀ ਜਿਹੜੀ ਜ਼ਰੂਰਤ ਹੈ, ਤੇ ਕਰਨ ਇਸ ਗੱਲ ਦੀ ਅਸੀਂ ਜ਼ਰੂਰ ਆਸ ਰੱਖਦੇ ਹਾਂ। ਦਸਾਂਝ ਸਾਹਿਬ, ਗੱਲ ਪੰਜਾਬ ਤੋਂ ਸ਼ੁਰੂ ਕੀਤੀ ਹੈ। ਇੱਕ ਇੰਟਰਨੈਸ਼ਨਲ ਖਬਰ ਮੈਂ ਤੁਹਾਡੇ ਨਾਲ ਸਾਂਝੀ ਕਰਨਾ, ਖਬਰ ਵੀ ਨਹੀਂ ਆ, ਇੱਕ ਇੰਟਰਨੈਸ਼ਨਲ ਲੈਵਲ ਦੀ ਚਿੰਤਾ ਆ। ਉਹ ਇਹ ਆ ਕਿ ਰੂਸ ਤੇ ਯੂਕਰੇਨ ਦਾ ਯੁੱਧ ਬਹੁਤੀਆਂ ਗੰਭੀਰ ਕੋਸ਼ਿਸ਼ਾਂ ਨਹੀਂ ਹੋਈਆਂ ਨੂੰ ਰੁਕਾਉਣ ਲਈ, ਸਗੋਂ ਬਲਦੀ ਤੇ ਤੇਲ ਪਾਉਂਦੇ ਰਹੇ, ਚਾਹੇ ਨਾਟੋ ਵਾਲੇ ਹੋਣ ਜਾਂ ਕੁਝ ਹੋਰ। ਇੱਕ ਦੋ ਖਬਰਾਂ ਆਉਂਦੀਆਂ ਰਹੀਆਂ ਕਿ ਤੁਰਕੀ ਵਿੱਚ ਦਖਲਅੰਦਾਜ਼ੀ ਕਰਕੇ ਇਹਨੂੰ ਰੋਕ ਰਿਹਾ, ਬਹੁਤ ਸਾਰੇ ਮੁਲਕਾਂ ਨੇ ਇਹਨੂੰ ਰੋਕਿਆ ਨਹੀਂ। ਪਰ ਜਿਹੜੇ ਉਹਦੇ ਸਿੱਟੇ ਨਿਕਲ ਰਹੇ, ਇੱਕ ਪਾਸੇ ਤੇ ਭਿਆਨਕ ਤਬਾਹੀ ਆ, ਦੂਸਰੇ ਪਾਸੇ ਦੁਨੀਆ ਦਾ ਅਰਥਚਾਰਾ ਡਾਵਾਡੋਲ ਹੋ ਰਿਹਾ। ਖਾਸ ਕਰਕੇ ਜਿਹੜੇ ਯੂਰਪੀਅਨ ਯੂਨੀਅਨ ਦੇ ਮੁਲਕ ਨੇ, ਉਹਨਾਂ ਦੀਆਂ ਚਿੰਤਾਵਾਂ ਬਹੁਤ ਜ਼ਿਆਦਾ ਵੱਧ ਗਈਆਂ ਨੇ। ਮੈਂ ਅੱਗੇ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਹੋਵੇਗਾ ਕਈ ਵਾਰ, ਪਰ ਹੁਣ ਯੂਰਪੀਅਨ ਯੂਨੀਅਨ ਦੇ ਜਿਹੜੇ ਮੁਖੀ ਨੇ
ਉਹਨਾਂ ਦਾ ਇੱਕ ਬਿਆਨ ਆਇਆ ਹੈ ਕਿ ਆਉਣ ਵਾਲੇ ਸਮੇਂ 'ਚ ਰੂਸ ਵੱਲੋਂ ਜਿਹੜੀ ਗੈਸ ਦੀ ਸਪਲਾਈ, ਕਿਉਂਕਿ ਬਹੁਤ ਜ਼ਿਆਦਾ ਡਿਪੈਂਡੈਂਸੀ ਜਿਹੜੀ ਆ ਨੈਚੁਰਲ ਗੈਸ ਤੇ ਪੈਟਰੋਲੀਅਮ ਦੀ, ਕਿਉਂਕਿ ਨੇੜੇ ਪੈਣ ਕਰਕੇ ਵੀ ਆ ਯੂਰਪ ਦੇ, ਤੇ ਉਹ ਰੂਸ ਤੋਂ ਹੁੰਦੀ ਆ। ਉਹ ਤੇ ਆਪਾਂ ਇਹ ਵੀ ਵੇਖਿਆ, ਪਹਿਲਾਂ ਤਾਂ ਕਦੀ ਸੋਚਦੇ ਹੀ ਨਹੀਂ ਹੁੰਦੇ ਕਿ 30% ਵੀਟ ਭੋਜਨ ਜਿਹੜਾ ਲੋਕਾਂ ਤੱਕ ਪਹੁੰਚਦਾ ਉਹ ਵੀ ਯੂਕਰੇਨ ਤੇ ਰਸ਼ੀਆ ਤੋਂ ਹੀ ਆਉਂਦਾ ਹੈ। ਹੋਰ ਬਹੁਤ ਕੁਝ ਇਸ ਤਰ੍ਹਾਂ ਦਾ ਹੁੰਦਾ ਜਿਹਦੇ ਬਾਰੇ ਆਪਾਂ ਲੋਕਾਂ ਨੂੰ ਬਹੁਤਾ ਗਿਆਨ ਨਹੀਂ ਹੁੰਦਾ। ਪਰ ਕਿਹਾ ਜਾਂਦਾ ਹੈ ਕਿ ਹੁਣ ਯੂਰਪੀਅਨ ਯੂਨੀਅਨ ਦੇ ਮੁਖੀ ਨੇ ਇਹ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੈਸ ਦੀ ਸਪਲਾਈ ਪੂਰੇ ਤੌਰ ਤੇ ਰੁਕ ਸਕਦੀ ਹੈ, ਜਿਹੜਾ ਵੱਡਾ ਸੰਕਟ ਬਣ ਸਕਦਾ। ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਰੂਸ ਨਾਲ ਸਿਆਸੀ ਰੰਜਿਸ਼ ਕਾਰਨ ਦਰਜਨ ਭਰ ਦੇਸ਼ਾਂ 'ਚ ਰੂਸ ਦੇ ਪੈਟਰੋਲੀਅਮ ਪਦਾਰਥਾਂ ਦੀ ਜਾਂ ਗੈਸ ਦੀ ਸਪਲਾਈ 'ਚ ਪਹਿਲਾਂ ਹੀ ਰੁਕਾਵਟ ਪਈ ਹੋਈ ਆ। ਇਹਦੇ ਨਾਲ ਦੁਨੀਆ ਆਰਥਿਕ ਮੰਦਹਾਲੀ ਵੱਲ ਕਦਮ ਦਰ ਕਦਮ ਵੱਧ ਰਹੀ ਆ। ਇੱਕ ਰਿਸੈਸ਼ਨ ਦੀ ਦਸਤਕ ਸਾਡੇ ਮੂਹਰੇ ਫੇਰ ਆ ਰਹੀ ਆ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਦੇਖੋ 2008 ਵਾਲੀ ਮੰਦੀ ਜਿਹੜੀ ਹੈ ਉਹ ਵਾਪਸ ਹੋਣੀ ਦਿਖਾਈ ਦੇ ਰਹੀ ਹੈ। ਆਮ ਤੌਰ ਦੇ ਉੱਤੇ ਧਾਰਨਾ ਇਹ ਹੈ ਵੀ ਜਿਹੜਾ ਰਿਸੈਸ਼ਨ ਹੈ ਉਹ 30 ਸਾਲ ਬਾਅਦ ਜਿਹੜਾ ਰਿਪੀਟ ਹੁੰਦਾ ਹੈ, ਪਰ ਜੇ 2008 ਵਾਲੀ ਨਾਲ ਸਥਿਤੀਆਂ ਫਿਰ ਤੋਂ ਬਣ ਗਿਆ ਤਾਂ ਬੜੀ ਜਲਦੀ ਹੋਏਗੀ ਇਹ, ਯਾਨੀ 14-15 ਸਾਲ ਬਾਅਦ ਹੀ ਫਿਰ ਤੋਂ ਉਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਅਸੀਂ ਦੱਸਾਂਗੇ ਸਾਰੀ ਦੁਨੀਆ ਪਹੁੰਚੇ। ਤੇ ਇਹਦਾ ਕਾਰਨ ਜਿਹੜਾ ਕੋਈ ਵੀ ਹੋਵੇ, ਪਰ ਉਹਦੇ 'ਚ ਇੱਕ ਕਾਰਨ ਮੁੱਖ ਤੌਰ ਦੇ ਉੱਤੇ ਰੂਸ ਤੇ ਯੂਕਰੇਨ ਦੀ ਜੰਗ ਨੂੰ ਜਿਹੜਾ ਦੱਸਿਆ ਜਾ ਰਿਹਾ, ਤੇ ਉਹਦੇ ਨਾਲ ਜਿਹੜੀ ਡਿਪੈਂਡੈਂਸੀ ਹੈ, ਕੁਦਰਤੀ ਜਿਹੜੀ ਗੈਸ ਹੈ ਜਾਂ ਪੈਟਰੋਲੀਅਮ ਪਦਾਰਥ ਹੈਗੇ ਆ, ਉਹ ਜਿਹੜੀ ਡਿਪੈਂਡੈਂਸੀ ਹੈ ਯੂਰਪ ਦੇ 10-12 ਮੁਲਕਾਂ ਦੀ ਜਾਂ ਬਾਕੀ ਮੁਲਕਾਂ ਦੀ ਵੀ, ਤੇ ਉਹ ਇਹਦੇ ਤੇ ਅਸਰਅੰਦਾਜ਼ ਹੋਏਗੀ ਤੇ ਇਹਦਾ ਫਿਰ ਦੁਨੀਆ ਭਰ ਦੇ ਉੱਤੇ ਬਹੁਤ ਬੁਰਾ ਅਸਰ ਪੈਣ ਵਾਲਾ ਹੈ। ਤੇ ਇਸ ਗੱਲ ਨੂੰ ਦੇਖਦਿਆਂ ਹੋਇਆ ਹੁਣ ਯੂਰਪੀਅਨ ਯੂਨੀਅਨ ਦੇ ਮੁਲਕ ਜਾਂ ਰੂਸ ਜਾਂ ਬਾਕੀ ਮੁਲਕ ਜਿਹੜੇ ਆ ਉਹ ਇਹਦੇ ਤੇ ਗੰਭੀਰਤਾ ਦੇ ਨਾਲ ਸੰਵਾਦ ਕਰਦੇ ਆ, ਤਾਂ ਇਸ ਪਕੜ ਵੱਲ ਵੱਧਦੇ ਆ ਤਾਂ ਠੀਕ ਹੈ, ਨਹੀਂ ਤਾਂ ਫਿਰ ਜਿਹੜੀਆਂ ਸਥਿਤੀਆਂ ਬਣ ਰਹੀਆਂ ਨੇ ਉਹ ਬਹੁਤ ਭਿਆਨਕ ਹੋਣ ਵਾਲੀਆਂ। ਇਕੱਲਾ ਯੂਰਪੀਅਨ ਯੂਨੀਅਨ ਨਹੀਂ, ਭਾਰਤ ਵਰਗੇ ਮੁਲਕ ਵੀ ਲਪੇਟ ਦੇ ਵਿੱਚ ਆਉਣਗੇ। ਤੇ ਜਿਸ ਤਰ੍ਹਾਂ ਦੇ ਨਾਲ ਮਹਿੰਗਾਈ ਦੀ ਦਰ ਵੱਧ ਰਹੀ ਹੈ, ਜਿਵੇਂ ਇਨਫਲੇਸ਼ਨ ਰੇਟ ਜਿਹੜੇ ਵੱਧ ਰਹੇ ਨੇ, ਭਾਰਤ ਦੇ ਵਿੱਚ ਵੀ ਮਹਿੰਗਾਈ ਦੀ ਜਿਹੜੀ ਥੋਕ ਮਹਿੰਗਾਈ ਆ ਜਾਂ ਰਿਟੇਲ ਜਿਹੜੀ ਮਹਿੰਗਾਈ ਦੀ ਦਰ ਉਹ ਵੀ ਲਗਾਤਾਰ ਵਧੀ ਹੈ। ਤੇ ਇਹ ਇੱਥੇ ਤੱਕ ਸੀਮਿਤ ਨਹੀਂ ਹੈ। ਅਮਰੀਕਾ ਦੇ ਵਿੱਚ ਵੀ ਪਿਛਲੇ 30-35 ਸਾਲ ਤੋਂ ਬਾਅਦ ਜਿਹੜੀ ਆ ਸਭ ਤੋਂ ਜ਼ਿਆਦਾ ਮਹਿੰਗਾਈ ਦੀ ਦਰ ਜਿਹੜੀ ਵਧੀ ਹੋਈ ਦਿਖਾਈ ਦੇ ਰਹੀ ਹੈ, 8% ਦੇ ਨੇੜੇ ਤੇੜੇ ਪਹੁੰਚ ਹੋਈ ਹੈ। ਸਾਰੀ ਦੁਨੀਆ ਇੱਕ ਵੱਡੇ ਆਰਥਿਕ ਸੰਕਟ ਦੇ ਵਿੱਚ ਹੈ, ਤੇ ਫਿਰ ਦੁਨੀਆ ਦੀਆਂ ਵੱਡੀਆਂ ਤਾਕਤਾਂ ਨੂੰ ਇਹਦੇ ਤੇ ਸਿਰ ਜੋੜ ਕੇ ਬੈਠਣ ਦੀ ਜ਼ਰੂਰਤ ਹੈ, ਪਰ ਏਦਾਂ ਹੋ ਨਹੀਂ ਰਿਹਾ, ਦਿਖਾਈ ਨਹੀਂ ਦੇ ਰਿਹਾ। तो काफी हालात ਜਿਹੜੇ ਨੇ ਖਰਾਬ ਦਿਖਾਈ ਦੇ ਰਹੇ ਨੇ, ਇੱਕਦਮ ਸਾਰਾ ਕੁਝ ਜਿਹੜਾ ਕੋਲੈਪਸ ਹੋਣ ਵਾਲਾ ਦਿਖਾਈ ਦੇ ਰਿਹਾ ਤੇ ਸਿੱਧੇ ਤੌਰ ਦੇ ਉੱਤੇ ਇਹਦੇ ਨਾਲ ਜਿਹੜੀ ਵੱਖ ਮੁਲਕਾਂ ਦੇ ਵਿੱਚ ਸਥਿਤੀਆਂ ਜਿਹੜੀਆਂ ਆ ਉਹ ਵੱਧ ਤੋਂ ਬਦਤਰ ਹੋਣਗੀਆਂ। ਕੁਝ ਮੁਲਕ ਜਿਹੜੇ ਆ ਫਿਰ ਖਾਨਾ ਜੰਗੀ ਵੱਲ ਵੀ ਵੱਧ ਸਕਦੇ ਆ। ਇਹ ਕਾਫੀ ਡਰਾਉਣ ਵਾਲੀਆਂ ਸਥਿਤੀਆਂ ਜੀ। ਦਸਾਂਝ ਸਾਹਿਬ, ਆਪਣੀ ਕੇਂਦਰੀ ਜਿਹੜੀ ਹਕੂਮਤ ਆ ਉਹਦੀ ਪੋਲਿਟਿਕਸ ਤੇ ਵੀ ਥੋੜੀ ਜਿਹੀ ਇੱਕ ਨਿਗਾਹ ਮਾਰ ਲਈਏ। ਕਿਹਾ ਜਾਂਦਾ ਹੈ ਕਿ 2 ਮੰਤਰੀਆਂ ਨੇ ਅਸਤੀਫਾ ਦਿੱਤਾ, ਇੱਕ ਤਾਂ ਮੁਖਤਾਰ ਅਬਾਸ ਨਕਵੀ ਹੋਰਾਂ ਨੇ ਅਸਤੀਫਾ ਦਿੱਤਾ ਤੇ ਇੱਕ ਆਰਪੀ ਸਿੰਘ ਜਿਹੜੇ ਨੇ ਉਹਨਾਂ ਨੇ ਅਸਤੀਫਾ ਦਿੱਤਾ ਹੈ। ਇਹਦੇ ਕੁਛ ਇੱਕ ਅਟਕਲਾਂ ਜਿੱਦਾਂ ਲੱਗ ਰਹੀਆਂ ਨੇ, ਪਹਿਲਾਂ ਲੱਗ ਰਹੀਆਂ ਸੀ ਕਿ ਸ਼ਾਇਦ ਕੈਪਟਨ ਸਾਹਿਬ ਨੂੰ ਜਿਹੜਾ ਉਪ ਰਾਸ਼ਟਰਪਤੀ ਬਣਾਉਣ ਦੀ ਸੋਚ ਰਹੀ ਆ ਭਾਰਤੀ ਜਨਤਾ ਪਾਰਟੀ। ਜਿਵੇਂ ਤੁਸੀਂ ਹੁਣੇ ਕਹਿ ਕੇ ਹਟੇ ਹੋ ਕਿ ਅੱਜ ਕੱਲ੍ਹ ਸਰਪ੍ਰਾਈਜ਼ ਵਾਲੀ ਰਾਜਨੀਤੀ ਬਹੁਤ ਚੱਲਦੀ ਆ, ਬੀਜੇਪੀ ਵੀ ਬਹੁਤ ਸਰਪ੍ਰਾਈਜ਼ ਦਿੰਦੀ ਆ, ਪਰ ਬਾਅਦ 'ਚ ਕਹਿੰਦੇ ਆ ਕਿ ਆਪਣੇ ਜਿਹੜੇ ਉਹਨਾਂ ਦੇ ਦੋਸਤ ਚੈਨਲ ਨੇ, ਜਿਹਨੂੰ ਅਸੀਂ ਗੁੱਡ ਦੀ ਮੀਡੀਆ ਦੇ ਨਾਂ ਨਾਲ ਅੱਜ ਕੱਲ੍ਹ ਜਾਣਦੇ ਹਾਂ, ਉਹਨਾਂ ਨੂੰ ਕੁਛ ਨਾ ਕੁਛ ਖਬਰਾਂ ਖੁਦ ਹੀ ਲੀਕ ਕਰ ਦਿੰਦੇ ਨੇ ਕਿ ਲੋਕਾਂ ਨੂੰ ਉਹਦਾ ਸਪਸ਼ਟੀਕਰਨ ਜਾਂਦਾ ਰਹੇ। ਪਰ ਇਹ ਵੀ ਖਬਰ ਜਿਹੜੀ ਆ ਇਹ ਪਤਾ ਨਹੀਂ ਕੀ ਸਰਪ੍ਰਾਈਜ਼ ਬਣ ਕੇ ਸਾਡੇ ਸਾਹਮਣੇ ਆਉਣਾ ਹੈ। ਲੋਕ ਕਦੀ ਇਹ ਸੋਚਦੇ ਨੇ ਕਿ ਸ਼ਾਇਦ ਕੈਪਟਨ ਸਾਹਿਬ ਬਣ ਜਾਣਗੇ ਉਪ ਰਾਸ਼ਟਰਪਤੀ। ਹੁਣ ਨਕਵੀ ਸਾਹਿਬ ਦੀ ਚਰਚਾ ਚੱਲ ਰਹੀ ਆ ਤੇ ਪਤਾ ਨਹੀਂ ਮੋਦੀ ਸਾਹਿਬ ਨੇ ਅਸਲ 'ਚ ਮਨ ਕੀ ਬਣਾਇਆ ਹੋਇਆ, ਉਹ ਤੇ ਉਸ ਦਿਨ ਹੀ ਪਤਾ ਲੱਗਣਾ ਰਾਤ ਨੂੰ 8-9 ਵਜੇ ਜਦੋਂ ਉਹਨਾਂ ਟੀਵੀ ਤੇ ਆ ਕੇ ਕਹਿਣਾ ਕਿ ਅਗਲਾ ਸਾਡਾ ਉਪ ਰਾਸ਼ਟਰਪਤੀ ਫਲਾਣਾ ਹੋਏਗਾ। ਸੋ ਇਹਦੇ ਬਾਰੇ ਅਟਕਲਾਂ ਤੇ ਚੱਲ ਰਹੀਆਂ। ਤੁਸੀਂ ਇਹਨੂੰ ਜਿਹੜੇ ਅਸਤੀਫੇ ਦਿੱਤੇ ਗਏ ਨੇ 2 ਮੰਤਰੀਆਂ ਵੱਲੋਂ, ਉਹਨੂੰ ਕਿਉਂ ਤੇ ਕਿਵੇਂ ਵਾਲੀ ਕੈਟਾਗਰੀ 'ਚ ਰੱਖ ਕੇ ਵੇਖੀਏ ਤੇ ਉਹ ਕੀ ਲੱਗਦਾ ਹੈ ਕਿ ਉਹ ਇਸ ਮੌਕੇ ਤੇ ਉਹ ਅਸਤੀਫੇ ਕਿਉਂ ਲੈ ਗਏ ਜਾਂ ਕਿਉਂ ਦਿੱਤੇ ਗਏ?
नहीं, इस्तीफे का तो बड़ा सिंपल जिहा कारण है, क्योंकि दोनों की राष्ट्रपति मैंबरशिप खत्म हो रही है। दोनों का नकवी का ते आरपी सिंह का जिहड़ा आ और कार्यकाल जिहड़ा राज सभा का खत्म हो रहा, मेरा कल शायद जुलाई के महीने के विच ही खत्म हो जाना। इस करके वो ਤਾਂ ਰੂਟੀਨ ਦੇ ਵਿੱਚ ਫਿਰ ਉਹਨਾਂ ਦੀ ਰਿਜ਼ਾਈਨ ਤਾਂ ਲੈਣੀ ਪਊਗੀ। ਉਹਦੇ ਚੋਂ ਇੱਕ ਤਾਂ ਜਿਹੜੇ ਆਰਸੀ ਸਿੰਘ ਹੈਗੇ ਆ, ਉਹ ਤਾਂ ਰਾਸ਼ਟਰੀ ਜਨਤਾ ਦਲ ਯੂਨਾਈਟਿਡ ਦੇ ਕੋਟੇ ਚੋਂ ਸੀਗੇ। ਇਸ ਕਰਕੇ ਜੇ ਉਹ ਭਰਨੀ ਹੋਈ ਸੀਟ ਤਾਂ ਉਹ ਸ਼ਾਇਦ ਜਿਹੜਾ ਰਾਸ਼ਟਰੀ ਜਨਤਾ ਦਲ ਯੂਨਾਈਟਿਡ ਹੈਗਾ, ਨਹੀਂ ਸੌਰੀ ਮਾਫ ਕਰਨਾ, ਰਾਸ਼ਟਰੀ ਜਨਤਾ ਦਲ ਨਹੀਂ, ਜਨਤਾ ਦਲ ਯੂਨਾਈਟਿਡ ਜਿਹੜਾ ਨੀਤੀਸ਼ ਕੁਮਾਰ ਵਾਲਾ, ਨੀਤੀਸ਼ ਕੁਮਾਰ ਵਾਲੇ ਉਹਦੇ ਚੋਂ ਫਿਰ ਕੋਈ ਹਾਂਜੀ ਹਾਂਜੀ ਉਹਨਾਂ ਚੋਂ ਕੋਈ ਮੰਤਰੀ ਜਿਹੜਾ ਲਿਆ ਜਾ ਸਕੇਗਾ ਉਹ ਸੀਟ ਜਿਹੜੀ ਖਾਲੀ ਹੋਈ ਹੈ ਪੂਰਾ ਕਰਨ ਵਾਸਤੇ। ਨਕਵੀ ਦੀ ਥਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਆਪਣਾ ਕੋਈ ਰਾਸ਼ਟਰਪਤੀ ਮੈਂਬਰ ਭੇਜੀ ਤੇ ਇਸ ਕਰਕੇ ਅਸਤੀਫੇ ਦਾ ਇਸ ਕਰਕੇ ਹੋਇਆ। ਪਰ ਅਸਤੀਫੇ ਦੇ ਨਾਲ ਹੀ ਇਹ ਚਰਚਾ ਚੱਲ ਪਈ ਕਿ ਮੁਖਤਾਰ ਅब्बास ਨਕਵੀ ਜਿਹੜੇ ਆ ਉਹ ਰਾਸ਼ਟਰਪਤੀ ਦੇ ਅਹੁਦੇ ਤੇ ਜਿਹੜੇ ਆ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਲਿਆ ਸਕਦੀ ਹੈ। ਪਰ ਹੋ ਸਕਦਾ ਏਦਾਂ ਹੋਵੇ, ਪਰ ਜਿੱਦਾਂ ਪਹਿਲਾਂ ਤੁਸੀਂ ਵੀ ਜ਼ਿਕਰ ਕੀਤਾ ਜਿਹੜੀ ਚਰਚਾ ਚੱਲ ਰਹੀ ਹੈ ਕੈਪਟਨ ਅਮਰਿੰਦਰ ਦੀ, ਦੇਖੋ ਟੈਕਟੀਕਲੀ ਤਾਂ ਮੁਖਤਾਰ ਅब्बास ਨਕਵੀ ਨੂੰ ਰਾਸ਼ਟਰਪਤੀ ਬਣਾਉਣ ਦੇ ਨਾਲ ਜਿਹੜਾ ਆ ਪਾਰਟੀ ਨੂੰ ਲਾਭ ਨਹੀਂ ਹੋਣਾ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਹੀ ਲੀਡਰ ਹੈ। ਸੋ ਭਾਰਤੀ ਜਨਤਾ ਪਾਰਟੀ ਜੇ ਉਹਨਾਂ ਨੂੰ ਰਾਸ਼ਟਰਪਤੀ ਬਣਾਉਂਦੀ ਹੈ ਤੇ ਜਿਹੜੀ ਮੁਸਲਿਮ ਭਾਈਚਾਰੇ ਦੇ ਵਿੱਚ ਇੱਕ ਐਕਟਿਵ ਕਿਸਮ ਦੀ ਭੂਮਿਕਾ ਜਿਹੜੀ ਹੈ ਮੁਸਲਿਮ ਭਾਈਚਾਰੇ ਵਾਸਤੇ ਬਣਾ ਕੇ ਰੱਖਦੇ ਨੇ ਮੁਖਤਾਰ ਅब्बास ਨਕਵੀ, ਉਹਦੇ ਤੋਂ ਭਾਰਤੀ ਜਨਤਾ ਪਾਰਟੀ ਵਿਰਵੇ ਹੋ ਜਾਏਗੀ। ਕਿਉਂਕਿ ਫਿਰ ਸ਼ਾਹਨਵਾਜ਼ ਹੁਸੈਨ ਨਿਕਲਦੇ ਰਹਿ ਜਾਣਗੇ ਮੁਸਲਿਮ ਕਮਿਊਨਿਟੀ ਨੂੰ ਐਡਰੈਸ ਕਰਨ ਵਾਸਤੇ ਰਾਜਨੀਤਿਕ ਤੌਰ ਤੇ ਉੱਤੇ, ਕਿਉਂਕਿ ਉਹ ਰਾਸ਼ਟਰਪਤੀ ਦੇ ਅਹੁਦੇ 'ਤੇ ਜਾ ਕੇ ਭਾਰਤੀ ਜਨਤਾ ਪਾਰਟੀ ਲਈ ਐਕਟਿਵ ਭੂਮਿਕਾ ਉਹ ਨਹੀਂ ਨਿਭਾ ਸਕਣਗੇ। ਤੇ ਫਿਰ ਉਹਨਾਂ ਨੂੰ ਸ਼ਾਹਨਵਾਜ਼ ਹੁਸੈਨ ਵੀ ਅੱਜ ਕੱਲ੍ਹ ਘੱਟੇ ਦਿਖਾਈ ਦਿੰਦੇ ਆ। ਮੁਸਲਿਮ ਕਮਿਊਨਿਟੀ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਮੁਖਾਤਬ ਕਰਨ ਵਾਸਤੇ ਕੁਝ ਹੋਰ ਹਸਤੀਆਂ ਲੱਭਣੀਆਂ ਪੈ ਸਕਦੀਆਂ ਪਾਰਟੀ ਵੱਲੋਂ। ਇਸ ਕਰਕੇ ਟੈਕਟੀਕਲੀ ਤਾਂ ਬਹੁਤਾ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਸੂਟ ਕਰੇਗਾ। ਟੈਕਟੀਕਲੀ ਤਾਂ ਕਿਸੇ ਜਿੱਦਾਂ ਹੁਣ ਕੈਪਟਨ ਅਮਰਿੰਦਰ ਦਾ ਤੁਸੀਂ ਜ਼ਿਕਰ ਕੀਤਾ, ਕੈਪਟਨ ਅਮਰਿੰਦਰ ਜਾਂ ਕਿਸੇ ਹੋਰ ਸੂਬੇ ਦਾ ਕੋਈ ਏਦਾਂ ਦਾ ਲੀਡਰ ਜਿਹੜਾ ਓਪੋਜੀਸ਼ਨ 'ਚ ਰਿਹਾ ਹੋਵੇ ਤੇ ਹੁਣ ਉਹਨਾਂ ਨੂੰ ਯੂਜ਼ ਕਰਕੇ ਉਹਦੇ ਨਾਂ ਦੇ ਉੱਤੇ ਇੱਕ ਵੱਖ ਉਸ ਸੂਬੇ ਦੇ ਵਿੱਚ, ਜਿਸ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਆਧਾਰ ਬਹੁਤਾ ਮਜ਼ਬੂਤ ਨਹੀਂ ਹੈ, ਉਹ ਆਧਾਰ ਆਪਣਾ ਬਣਾਉਣ ਦੇ ਵਿੱਚ ਕਾਮਯਾਬ ਹੋ ਜਾਏ, ਇਸ ਤਰ੍ਹਾਂ ਦਾ ਮੈਸੇਜ ਕਨਵੇ ਕਰਕੇ ਕਿ ਅਸੀਂ ਖਾਸ ਕਮਿਊਨਿਟੀ ਨੂੰ ਜਿਹੜੀ ਹੈ ਬਹੁਤ ਜ਼ਿਆਦਾ ਮਹੱਤਤਾ ਦਿੱਤੀ ਹੈ, ਤਾਂ ਉਹ ਸੂਟ ਕਰਦਾ ਉਹਨਾਂ ਨੂੰ। ਸੋ ਇਸ ਕਰਕੇ ਕੈਪਟਨ ਅਮਰਿੰਦਰ ਦਾ ਜਿਹੜਾ ਜ਼ਿਕਰ ਚੱਲਿਆ ਸੀ ਉਹ ਸ਼ਾਇਦ ਕਿਤੇ ਨਾ ਕਿਤੇ ਇੱਕ ਵਾਰ ਫੇਰ ਸਾਡੇ ਸਾਹਮਣੇ ਉਹ ਗੱਲ ਆ ਸਕਦੀ ਹੈ। ਉਹ ਵੀ ਉਹਨਾਂ ਨੂੰ ਟੈਕਨੀਕਲੀ ਕਿੰਨਾ ਸੂਟ ਕਰਦਾ ਕਿੰਨਾ ਕੁ ਨਹੀਂ। ਪੰਜਾਬ ਦੇ ਵਿੱਚ ਉਹਨਾਂ ਨੂੰ ਐਕਟਿਵਲੀ ਕੰਮ ਕਰਨ ਵਾਲਾ ਕੋਈ ਬੰਦਾ ਚਾਹੀਦਾ ਸੀ ਕਮਿਊਨਿਟੀ ਦੇ ਵਿੱਚ, ਜਾਂ ਇੱਕ ਬੰਦੇ ਨੂੰ ਜਿਹੜਾ ਉਹਦਾ ਨਾਮ ਬਖਸ਼ ਕੇ ਜਾਂ ਉਹਨੂੰ ਇੱਕ ਅਹੁਦਾ ਬਖਸ਼ ਕੇ ਇਹ ਮੈਸੇਜ ਕਨਵੇ ਕਰਕੇ ਦੇਖੋ ਅਸੀਂ ਸਿੱਖ ਭਾਈਚਾਰੇ ਦੀ ਜਾਂ ਸਿੱਖ ਕਮਿਊਨਿਟੀ ਦੀ ਕਿੰਨੀ ਕਦਰ ਕਰਦੇ ਹਾਂ, ਅਸੀਂ ਉਸ ਕਮਿਊਨਿਟੀ ਦੇ ਵਿੱਚ ਇੱਕ ਬੰਦਾ ਜਿਹੜਾ ਉਹ ਰਾਸ਼ਟਰਪਤੀ ਬਣਾ ਦਿੱਤਾ, ਇਹ ਸੂਟ ਕਰਦਾ। ਇਹ ਦੋਨੋਂ ਚੀਜ਼ਾਂ ਜਿਹੜੀਆਂ ਦਾਅਵੇ ਤੌਰ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਰਣਨੀਤੀਕਾਰ ਦੇਖ ਰਹੇ ਹੋ ਸਕਦੇ ਜੀ। ਸੰਤ ਸਾਹਿਬ, ਜਿੱਦਾਂ ਤੁਸੀਂ ਟੈਕਟੀਕਲੀ ਕਹਿ ਰਹੇ ਹੋ ਕਿ ਮੁਖਤਾਰ ਅब्बास ਨਕਵੀ ਹੋਰਾਂ ਨੂੰ ਲਾਂਭੇ ਕਰਨ ਨਾਲ ਉਹਨਾਂ ਦਾ ਮੁਸਲਿਮ ਭਾਈਚਾਰੇ 'ਚ, ਪਰ ਮੈਨੂੰ ਕਦੀ ਕਦੀ ਇੱਦਾਂ ਲੱਗਦਾ ਹੁੰਦਾ ਕਿ ਜਿਵੇਂ ਹੁਣ ਕੈਪਟਨ ਸਾਹਿਬ ਦੀ ਆਪਾਂ ਗੱਲ ਕਰਦੇ ਹਾਂ ਕਿ ਜੇ ਉਹਨਾਂ ਨੂੰ ਉਪ ਰਾਸ਼ਟਰਪਤੀ ਬਣਾ ਕੇ ਸਿੱਖ ਭਾਈਚਾਰੇ ਨੂੰ ਖੁਸ਼ ਕਰਨ ਵਾਲੀ ਕੋਈ ਗੱਲ ਕਹਿ ਲਈ ਜਾਵੇ ਤੇ ਉਹ ਕੋਈ ਬਹੁਤੀ ਵਾਇਬਲ ਜੀ ਗੱਲ ਨਹੀਂ ਆ, ਕਿਉਂਕਿ ਸਿੱਖ ਭਾਈਚਾਰਾ ਕੈਪਟਨ ਸਾਹਿਬ ਨਾਲ ਹਰ ਪੱਖ ਤੋਂ ਨਾਰਾਜ਼ ਹੀ ਆ। ਉਹਨਾਂ ਦੇ ਬਣਾਉਣ ਨਾਲ ਮੈਨੂੰ ਨਹੀਂ ਲੱਗਦਾ ਕਿ ਕੁਝ 1-2% ਵੀ ਸਿੱਖਾਂ ਦੇ ਵਿੱਚ ਕੋਈ ਖੁਸ਼ੀ ਦੀ ਲਹਿਰ ਹੋਊਗੀ। ਬਹੁਤ ਸਾਰੇ ਲੋਕ ਕੈਪਟਨ ਸਾਹਿਬ ਦੀ ਰਾਜਨੀਤੀ ਨੂੰ ਜਿਹੜਾ ਉਹ ਪਸੰਦ ਨਹੀਂ ਕਰ ਰਹੇ ਸੀਗੇ ਪਿਛਲੇ ਸਮੇਂ 'ਚ। ਇਸ ਕਰਕੇ ਕੋਈ ਇਸ ਤਰ੍ਹਾਂ ਦਾ ਲਾਭ ਕਿ ਸਿੱਖ ਖੁਸ਼ ਹੋ ਜਾਣਗੇ ਇੱਥੇ ਵੀ ਨਹੀਂ ਲੱਭਣ ਵਾਲਾ। ਤੇ ਦੂਜੇ ਪਾਸੇ ਨਕਵੀ ਹੋਰਾਂ ਦਾ ਜਿਸ ਤਰ੍ਹਾਂ ਦਾ ਜਾਂ ਸ਼ਾਹ ਹੁਸੈਨ ਹੋਰਾਂ ਦਾ ਤੁਸੀਂ ਜ਼ਿਕਰ ਕੀਤਾ, ਇਹ ਦੋਨੇ ਹਿੰਦੂ ਪਰਿਵਾਰਾਂ 'ਚ ਵਿਆਹੇ ਹੋਏ ਵਿਅਕਤੀ ਨੇ ਤੇ ਜਿਸ ਤਰੀਕੇ ਨਾਲ ਇਹ ਸ਼ੁਰੂ ਤੋਂ ਬੀਜੇਪੀ ਦੇ ਨਾਲ ਰਹੇ ਨੇ ਔਰ ਬੀਜੇਪੀ ਦੀ ਹੀ ਸਿਆਸਤ ਕਰਦੇ ਨੇ, ਆਪਣੇ ਭਾਈਚਾਰੇ ਲਈ ਕੋਈ ਬਹੁਤਾ ਵੱਡਾ ਕੰਮ ਇਹਨਾਂ ਲੋਕਾਂ ਨੇ ਵੀ ਮੈਨੂੰ ਨਹੀਂ ਲੱਗਦਾ ਕੀਤਾ ਹੋਵੇ, ਜਾਂ ਆਪਣੇ ਭਾਈਚਾਰੇ ਦੇ ਦੁੱਖ ਵਿੱਚ ਸ਼ਾਮਲ ਹੋਏ ਹੋਣ ਉਹਨਾਂ ਦਿਨਾਂ ਵਿੱਚ ਜਦੋਂ ਉਹਨਾਂ ਦੀ ਬਹੁਤ ਲੋੜ ਹੁੰਦੀ ਹੈ, ਇਹੋ ਜਿਹੇ ਸਮੇਂ ਜਦੋਂ ਭਾਈਚਾਰਾ ਕਿਸੇ ਵੱਡੇ ਮੁਸੀਬਤ ਦਾ ਸ਼ਿਕਾਰ ਹੋਵੇ। ਔਰ ਆਪਾਂ ਦੇਖ ਰਹੇ ਹਾਂ ਕਿ ਭਾਰਤ ਦੇ ਦਲਿਤ ਤੇ ਮੁਸਲਿਮ ਭਾਈਚਾਰਾ ਕਾਫੀ ਔਖੇ ਦਿਨਾਂ 'ਚੋਂ ਲੰਘ ਰਿਹਾ ਔਰ ਕਾਫੀ ਉਹਨਾਂ ਨੇ ਔਖੇ ਮਰਹਲੇ ਜਿਹੜੇ ਉਹ ਪਹਿਲਾਂ ਲੰਘਾਏ ਵੀ ਆ। ਉਹਨਾਂ ਦਿਨਾਂ 'ਚ ਇਹਨਾਂ ਲੋਕਾਂ ਦੀ ਆਵਾਜ਼ ਕੋਈ ਉਹਨਾਂ ਦੇ ਹੱਕ 'ਚ ਸੁਣਾਈ ਨਹੀਂ ਦਿੱਤੀ। ਇਹ ਲੋਕ ਕਹਿਣ ਨੂੰ ਨਾਂ ਵਾਲੇ ਤਾਂ ਮੁਸਲਿਮ ਭਾਈਚਾਰੇ ਦੇ ਹੋ ਸਕਦੇ ਆ ਜਾਂ ਸਿੱਖ ਭਾਈਚਾਰੇ ਦੇ ਕੋਈ ਲੋਕ ਹੋ ਸਕਦੇ ਆ, ਪਰ ਇਹ ਲੋਕ
ਸਹੀ ਮੈਨਾਂ 'ਚ ਉਸ ਭਾਈਚਾਰੇ ਦੀ ਨੁਮਾਇੰਦਗੀ ਨਹੀਂ ਕਰਦੇ ਹੁੰਦੇ, ਸਿਆਸਤ ਤੇ ਕੋਈ ਹੋਰ ਹੀ ਕਰ ਰਹੇ ਹੁੰਦੇ ਆ। ਤੁਸੀਂ ਬਿਲਕੁਲ ਦਰੁਸਤ ਕਹਿ ਰਹੇ ਹੋ, ਇਹਦੇ ਨਾਲ ਪੂਰੀ ਸਹਿਮਤੀ ਹੈ। ਉਹ ਮਸਲਾ ਹੈ ਕਿ ਇਹ ਗੱਲਾਂ ਤਾਂ ਤੁਸੀਂ ਅਸੀਂ ਸਮਝਦੇ ਹਾਂ ਵੀ ਇਹਨਾਂ ਨੇ ਕੀ ਕੀਤਾ ਕਿਹਨੇ ਕੀਤਾ। ਇੱਥੇ ਤਾਂ ਜਿਹੜਾ ਕਾਮਨ ਮੈਨ, ਜਿਹੜਾ ਸਧਾਰਨ ਬੰਦਾ ਆ, ਸਧਾਰਨ ਸਿੱਖ ਹੈ, ਸਧਾਰਨ, ਉਹਦੇ ਲਈ ਤਾਂ ਉਹ ਨਾ ਹੀ ਕਾਫੀ ਹੈ। ਮੁਸਲਿਮ ਭਾਈਚਾਰੇ ਦੇ ਆਮ ਬੰਦੇ ਲਈ ਸ਼ਾਹਨਵਾਜ਼ ਹੁਸੈਨ ਦਾ ਨਾਂ ਹੀ ਬਹੁਤ ਹੈ। ਹਾਂ ਵੀ ਇਹ ਮੁਸਲਿਮ ਬੰਦਾ, ਮੁਸਲਿਮ ਲੀਡਰ ਹੈ ਜੀ, ਤੇ ਸ਼ਾਹਨਵਾਜ਼ ਹੁਸੈਨ ਉਹਦੇ ਨਾਲ ਕਿੰਨਾ ਕੁਨੇ ਆਪਣੀ ਕਮਿਊਨਿਟੀ ਲਈ ਕੀਤਾ ਹੋਵੇ, ਕਿੰਨਾ ਨਾ ਕੀਤਾ ਹੋਵੇ, ਉਹ ਬਹੁਤਾ ਮਹਿਨ ਨਹੀਂ ਪਾਉਂਦਾ। ਉਹਨੂੰ ਲੱਗਦਾ ਹੈ ਕਿ ਹਾਂ ਵੀ ਸ਼ਾਹਨਵਾਜ਼ ਹੁਸੈਨ ਜਾਂ ਮੁਖਤਾਰ ਅब्बास ਨਕਵੀ ਜਿਹੜਾ ਆ ਉਹ ਸਾਡਾ ਬੰਦਾ। ਤੇ ਇੱਥੇ ਸਿੱਖ ਭਾਈਚਾਰੇ ਦੇ ਵਿੱਚ ਵੀ ਅਸੀਂ ਬੜੀ ਛੇਤੀ ਭੁੱਲਣਹਾਰ ਹੋ ਗਏ, ਬੜੀ ਛੇਤੀ ਸਾਰੀਆਂ ਚੀਜ਼ਾਂ ਭੁੱਲ ਜਾਂਦੇ ਹਾਂ। ਅਸੀਂ ਜਿਹੜੇ ਖਲਨਾਇਕ ਹੁੰਦੇ ਆ, ਅਸੀਂ ਉਹਨਾਂ ਨੂੰ ਕਦੋਂ ਨਾਇਕ ਬਣਾ ਦਿੰਦੇ ਆ, ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ। ਇਸ ਕਰਕੇ ਖੁਸ਼ੀ ਜਿਹੜੀ ਇਸ ਗੱਲ ਦੀ ਜ਼ਿਆਦਾ ਹੁੰਦੀ ਆ ਵੀ ਹਾਂ ਵੀ ਸਾਡਾ ਕੋਈ ਜਿਹਦੇ ਨਾਂ ਦੇ ਨਾਲ ਸਿੰਘ ਲੱਗਾ ਹੋਇਆ ਵੀ ਹਾਂ ਕੋਈ ਬਹੁਤ ਵੱਡੇ ਅਹੁਦੇ ਤੇ ਪਹੁੰਚ ਗਿਆ। ਡਾਕਟਰ ਮਨਮੋਹਨ ਸਿੰਘ ਜਦੋਂ ਉਸ ਤਰ੍ਹਾਂ ਦੀ ਵਿਵਾਦਗ੍ਰਸਤ ਹਸਤੀ ਨਹੀਂ ਰਹੇ ਕਦੇ ਵੀ, ਤੇ ਪਰ ਡਾਕਟਰ ਮਨਮੋਹਨ ਸਿੰਘ ਦਾ ਪ੍ਰਧਾਨ ਮੰਤਰੀ ਬਣਨਾ ਜਿਹੜਾ ਹੈ ਦੁਨੀਆ ਭਰ ਦੇ ਸਿੱਖ ਭਾਈਚਾਰੇ ਦੇ ਵਿੱਚ ਇਸ ਤਰ੍ਹਾਂ ਖੁਸ਼ੀ ਦੀ ਲਹਿਰ ਲੈ ਕੇ ਆਇਆ ਸੀ। ਤੇ ਲੱਗਦਾ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਬੰਦਾ ਹੈ ਪ੍ਰਧਾਨ ਮੰਤਰੀ, ਸਾਡਾ ਬੰਦਾ ਵੀ ਪ੍ਰਧਾਨ ਮੰਤਰੀ ਹੋ ਸਕਦਾ ਹੈ। ਉਹਨਾਂ ਨੇ ਉਹਨਾਂ ਦਾ ਲੋਕਾਂ ਦਾ ਭਲਾ ਕੀਤਾ ਹੋਵੇ ਨਾ ਕੀਤਾ ਹੋਵੇ, ਪਰ ਇਸ ਗੱਲ ਦੀ ਖੁਸ਼ੀ ਸਾਰੀ ਦੁਨੀਆ ਦੇ ਵਿੱਚ ਸਿੱਖ ਕਮਿਊਨਿਟੀ ਪੰਜਾਬੀ ਭਾਈਚਾਰੇ ਦੇ ਵਿੱਚ ਮਨਾਈ ਗਈ। ਅਸੀਂ ਉਦੋਂ ਵੀ ਤੁਹਾਡੇ ਵਾਲੀ ਗੱਲ ਕਹਿੰਦੇ ਰਹੇ ਵੀ ਇਹ ਸਟੇਟ ਦੇ ਟੂਲ ਹੁੰਦੇ ਆ। ਕੋਈ ਵੀ ਦਸਤਾਰਧਾਰੀ ਵਿਅਕਤੀ ਚਾਹੇ ਰਾਸ਼ਟਰਪਤੀ ਦੀ ਕੁਰਸੀ ਤੇ ਬਹਿ ਜਾਏ, ਚਾਹੇ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਬਹਿ ਜਾਵੇ, ਉਹ ਆਪਣੇ ਭਾਈਚਾਰੇ ਲਈ, ਆਪਣੀ ਕਮਿਊਨਿਟੀ ਲਈ ਕੁਝ ਵੀ ਨਹੀਂ ਕਰ ਸਕਦਾ ਹੁੰਦਾ, ਕਿਉਂਕਿ ਉਹ ਸਟੇਟ ਦਾ ਟੂਲ ਹੁੰਦਾ ਹੈ। ਤਾਂ ਉਹ ਇਹ ਗੱਲਾਂ ਆਪਾਂ ਸਮਝਦੇ ਆ, ਪਰ ਇਹ ਸਧਾਰਨ ਬੰਦੇ ਨੂੰ ਨਹੀਂ ਪਤਾ ਹੁੰਦੀ। ਸਧਾਰਨ ਬੰਦੇ ਲਈ ਤਾਂ ਇਹੀ ਬਹੁਤ ਹੈ ਵੀ ਉਪ ਰਾਸ਼ਟਰਪਤੀ ਦੀ ਕੁਰਸੀ ਤੇ ਇੱਕ ਸਰਦਾਰ ਬੰਦਾ ਬੈਠਾ। ਸਧਾਰਨ ਬੰਦੇ ਲਈ ਬਹੁਤ ਹੈ ਕਿ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦੀ ਕੁਰਸੀ ਤੇ ਇੱਕ ਮੁਸਲਮਾਨ ਬੰਦਾ ਬੈਠਾ। ਉਹਨਾਂ ਲਈ ਇਹੀ ਬਹੁਤ ਵੱਡੀ ਗੱਲ ਹੈ, ਅਚੀਵਮੈਂਟ ਦੇ ਤੌਰ ਤੇ ਉਹ ਰਹਿੰਦੇ ਆ। ਉਹਦੇ ਲਈ ਕੁਛ ਕੀਤਾ ਹੋਵੇ ਨਾ ਕੀਤਾ ਹੋਵੇ ਮੈਨੇ ਨਹੀਂ ਰੱਖਣਾ। ਇਹੀ ਤਾਂ ਸਫਲਤਾ ਆ। ਜਿਹੜੇ ਬੇਈਮਾਨ ਕਿਸਮ ਦੇ ਰਾਜਨੇਤਾ ਹੈ ਉਹਨਾਂ ਦੀ ਸਫਲਤਾ ਦਾ ਮਾਪਦੰਡ ਇਹ ਹੈ ਕਿ ਤੁਹਾਡੀਆਂ ਜਿਹੜੀਆਂ ਇਮੋਸ਼ਨਸ ਜਿਹੜੀਆਂ ਉਹਨਾਂ ਨੂੰ ਐਕਸਪਲੋਇਟ ਕਰਦਾ ਹੁੰਦਾ। ਅਸੀਂ ਇਮੋਸ਼ਨ ਦੇ ਸਿਰ ਤੇ ਚੱਲਦੇ, ਅਸੀਂ ਤਰਕ ਤੇ ਇਮੋਸ਼ਨ ਦਾ ਕੋਈ ਰਿਸ਼ਤਾ ਨਹੀਂ ਹੈ। ਆਸਥਾ ਜਿਹੜੀ ਆ ਉਹ ਤਰਕ ਦੀ ਕਾਤਲ ਹੈ, ਤਰਕ ਆਸਥਾ ਦਾ ਕਾਤਲ ਹੈ। ਜਦੋਂ ਬੰਦਾ ਤਰਕਸ਼ੀਲ ਹੋ ਜਾਂਦਾ ਹੈ ਤੇ ਫਿਰ ਆਸਥਾ ਕਿਤੇ ਨਹੀਂ ਰਹਿੰਦੀ, ਤੇ ਜਦੋਂ ਬੰਦਾ ਅੰਨੀ ਸ਼ਰਧਾ ਚ ਹੁੰਦਾ ਤੇ ਉੱਥੇ ਤਰਕ ਦਾ ਕੀ ਕੰਮ। ਸੋ ਇਸ ਕਰਕੇ ਚੀਜ਼ਾਂ ਜਿਹੜੀਆਂ ਆ ਉਹ ਇਸੇ ਤਰ੍ਹਾਂ ਵਾਪਰਦੀਆਂ। ਤੇ ਜਿਹੜੇ ਚਲਾਕ ਕਿਸਮ ਦੇ ਲੋਕ ਹੁੰਦੇ ਆ, ਸਿਆਸਤਦਾਨ ਖਾਸ ਤੌਰ ਤੇ, ਉਹਨਾਂ ਨੂੰ ਇਹ ਸਾਰੀਆਂ ਚੀਜ਼ਾਂ ਦਾ ਇਲਮ ਹੁੰਦਾ, ਉਸੇ ਮੁਤਾਬਕ। ਬਿਲਕੁਲ ਦਸਾਂਝ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ। ਜਿੱਥੇ ਜਿਹੜੀ ਸਥਾਪਤੀ ਆ ਉਹਨਾਂ ਨੂੰ ਇਹ ਟੂਲ ਮਿਲ ਜਾਂਦੇ ਨੇ ਦੂਜੇ ਧਰਮ ਦੇ ਲਿਬਾਸ ਦੇ ਹੇਠਾਂ, ਇਹ ਗੱਲ ਬਿਲਕੁਲ ਠੀਕ ਹੈ। ਪਰ ਨਾਲ ਦੀ ਨਾਲ ਕਿਤੇ ਨਾ ਕਿਤੇ ਇਸ ਤਰ੍ਹਾਂ ਦਾ ਪ੍ਰਭਾਵ ਵੀ ਦੇਣ ਦਾ ਯਤਨ ਕੀਤਾ ਜਾਂਦਾ ਹੈ ਕਿ ਹਿੰਦੁਸਤਾਨ ਜਿਹੜਾ ਹੈ ਉਹ ਟਰੂ ਡੈਮੋਕ੍ਰੇਸੀ ਜਿਹੜੀ ਆ ਉਹਦੇ 'ਚ ਵਿਸ਼ਵਾਸ ਕਰਦਾ ਹੈ, ਕਿਉਂਕਿ ਸਾਡਾ ਰਾਸ਼ਟਰਪਤੀ ਮੁਸਲਮਾਨ ਹੈ, ਸਾਡਾ ਪ੍ਰਧਾਨ ਮੰਤਰੀ ਸਿੱਖ ਹੈ। ਤੇ ਬਾਹਰ ਅਸੀਂ ਇਹ ਮੈਸੇਜ ਜ਼ਰੂਰ ਦੇਣ 'ਚ ਸਫਲ ਹੋ ਜਾਂਦੇ ਹਾਂ ਕਿ ਅਸੀਂ ਡੈਮੋਕ੍ਰੇਟਿਕ ਮੁਲਕ ਹਾਂ ਔਰ ਸੈਕੂਲਰਿਜ਼ਮ ਸਾਡਾ ਜਿਹੜਾ ਉਹ ਅਕੀਦਾ ਹੈ, ਸਾਡੇ ਸੰਵਿਧਾਨ ਨੇ ਸਾਨੂੰ ਦਿੱਤਾ ਹੈ ਤੇ ਉਹਦੇ ਅਕੋਰਡਿੰਗਲੀ ਅਸੀਂ ਕੰਮ ਕਰਦੇ ਹਾਂ। ਥੱਲੇ ਜੋ ਕੁਝ ਹੋ ਰਿਹਾ ਹੁੰਦਾ ਉਹਦੇ ਤੇ ਪਰਦਾ ਪਾਉਣ ਦੀ ਵੀ ਇਹ ਚੀਜ਼ਾਂ ਕਈ ਵਾਰ ਜਿਹੜੀਆਂ ਇਹ ਉਹਨਾਂ ਦੇ ਕੰਮ ਆ ਜਾਂਦੀਆਂ ਨੇ। ਇਹੀ ਗੱਲ ਹੈ ਜੀ, ਬਿਲਕੁਲ। ਆਪਾਂ ਤੁਸੀਂ ਵੀ ਮੈਂ ਵੀ ਆਪਾਂ ਇੱਕੋ ਜਿਹੇ ਆਧਾਰ ਤੇ ਖੜੇ ਆ ਵੀ ਇਹ ਉਹਨਾਂ ਨੂੰ ਪਤਾ ਹੈ ਕਿ ਅਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਲੋਕਾਂ ਦੀ ਜ਼ੁਬਾਨ ਤੇ ਕਿੱਦਾਂ ਲੈ ਕੇ ਆਉਣੀਆਂ। ਅਸੀਂ ਸਫਲ ਹੋ ਜਾਂਦੇ ਹਾਂ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਹਾਂ ਦੇਖੋ ਸਾਡੀ ਟਰੂ ਡੈਮੋਕ੍ਰੇਸੀ ਹੈ ਕਿ ਕੋਈ ਵੀ ਵਿਅਕਤੀ, ਸਧਾਰਨ ਵਿਅਕਤੀ ਉੱਠ ਕੇ ਮੁੱਖ ਮੰਤਰੀ ਬਣ ਸਕਦਾ ਹੈ। ਸਧਾਰਨ ਵਿਅਕਤੀ ਚਾਹ ਵੇਚਣ ਵਾਲਾ ਇਸੇ ਕਰਕੇ ਪਹੁੰਚਾਇਆ ਗਿਆ। ਕਿੱਥੇ ਚਾਹ ਉਹਨਾਂ ਨੇ ਵੇਚੀ, ਕਦੋਂ ਵੇਚੀ, ਕੋਈ ਐਵੀਡੈਂਸ ਨਹੀਂ। ਉਹਨੂੰ ਚਾਹ ਵੇਚਣ ਵਾਲਾ ਅਸੀਂ ਪ੍ਰਧਾਨ ਮੰਤਰੀ ਬਣਾ ਸਕਦੇ। ਇਹ ਗੱਲ ਜਦੋਂ ਅਸੀਂ ਸਥਾਪਿਤ ਕਰਦੇ ਹਾਂ ਤੇ ਸਾਰੀ ਦੁਨੀਆ 'ਚ ਘੁਮਾਉਂਦੇ ਹਾਂ ਤਾਂ ਫਿਰ ਲਾਜ਼ਮੀ ਤੌਰ ਦੇ ਉੱਤੇ ਭਾਰਤ ਦੀ ਡੈਮੋਕ੍ਰੇਸੀ ਇੱਕ ਟਰੂ ਡੈਮੋਕ੍ਰੇਸੀ ਬਣਾਈ। ਪਰ ਉਹਦੇ 'ਚ ਜਿਹੜਾ ਵੱਡਾ ਝੂਠ ਲੁਕਿਆ ਹੋਇਆ ਉਹ ਸਧਾਰਨ ਬੰਦੇ ਨੂੰ ਪਤਾ ਨਹੀਂ ਲੱਗਦਾ। ਕਿੰਨਾ ਵੱਡਾ ਝੂਠ ਹੈ ਇਹਦੇ ਵਿੱਚ ਵੀ ਚਾਹ ਵੇਚਣ ਵਾਲਾ ਇੱਕ ਪ੍ਰਧਾਨ ਮੰਤਰੀ ਬਣਾਇਆ, ਜਿਹਨੇ ਕਦੇ ਕਿਤੇ ਵੀ ਏਦਾਂ ਦਾ ਕੋਈ ਜਿਹੜਾ ਲੇਬਰ ਦਾ ਕੰਮ ਨਹੀਂ ਕੀਤਾ। ਪਰ ਇਹ ਵੀ ਨਹੀਂ ਹੈ ਵੀ ਸਧਾਰਨ ਵਿਅਕਤੀ ਜਿਹੜਾ ਆ ਉਹ ਇਸ ਡੈਮੋਕ੍ਰੇਸੀ ਦੇ ਵਿੱਚ ਅੱਗੇ ਨਹੀਂ ਆ ਸਕਦਾ। ਮੈਡੀਕਲਸ ਹੁੰਦੇ ਆ। ਅਸੀਂ ਆਮ ਆਦਮੀ ਪਾਰਟੀ ਦਾ ਜਿਹੜਾ ਨਵਾਂ ਵਰਤਾਰਾ ਦੇਖਿਆ, ਇਹਦੇ ਜਿੱਦਾਂ ਅਸੀਂ ਜ਼ਿਕਰ ਕਰਦੇ ਸੀ ਪਰਸੋਂ, ਕਿ ਆਮ ਆਦਮੀ ਪਾਰਟੀ ਸ਼ਾਇਦ ਇਹ ਸਮਝਦੀ ਹੈ ਕਿ ਸਧਾਰਨਤਾ ਦੇ ਵਿੱਚ ਹੀ ਉਹਦੀ ਤਾਕਤ ਹੈ।
बहुत सारे सधारण लोग ਜਿਹੜੇ MLA बन गए, विधायक बन गए, मंत्री बन गए, जिन्हां बारे कोई सोच भी नहीं ਸੀ ਸਕਦਾ। ਇਹ ਚਮਤਕਾਰ ਵੀ ਇੱਥੇ ਸਾਡੇ ਸਿਸਟਮ ਦੇ ਵਿੱਚ ਹੀ ਸਾਡੀ ਡੈਮੋਕ੍ਰੇਸੀ ਤੋਂ ਵਾਪਰ ਰਿਹਾ। ਇਹਦੇ ਚੋਂ ਪਤਾ ਲੱਗਦਾ ਹੈ ਕਿ ਜਦੋਂ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਇਹ ਦੇਖਣ ਲੱਗ ਪੈਂਦੇ ਹਾਂ ਕਿ ਲੋਕ ਕਿੱਥੇ ਹੈ, ਲੋਕ ਰਿਐਕਟ ਕਿਉਂ ਨਹੀਂ ਕਰਦੇ, ਤੇ ਸਾਨੂੰ ਲੱਗਦਾ ਕਿ ਹਾਂ ਵੀ ਦੇਖੋ ਲੋਕਾਂ ਨੇ ਰਿਐਕਟ ਤਾਂ ਕੀਤਾ। ਵੱਡੇ ਵੱਡੇ ਚੌਧਰੀ, ਵੱਡੇ ਵੱਡੇ ਥੰਮ, ਵੱਡੇ ਵੱਡੇ ਪਰਿਵਾਰ ਜਿਹੜੇ ਆ ਉਹਦੇ ਵੀ ਮਾਰ ਦਿੱਤੇ। ਇਹ ਵੀ ਚਮਤਕਾਰ ਤਾਂ ਇੱਥੇ ਭਾਰਤ ਵਿੱਚ ਹੀ ਵਾਪਰ ਰਿਹਾ। ਜੀ ਅੱਛਾ ਦਸਾਂਝ ਸਾਹਿਬ, ਇੱਕ ਮੈਨੂੰ ਗੱਲ ਕਰਦਿਆਂ ਮੇਰੇ ਦਿਮਾਗ 'ਚ ਇੱਕ ਗੱਲ ਚੱਲ ਰਹੀ ਆ, ਜਿਹੜੇ ਨਾਰੇ ਦੇਣ ਵਾਲੇ ਵਿਅਕਤੀ ਨੇ ਜਿਨ੍ਹਾਂ ਨੇ ਕਿਹਾ ਕਾਫੀ ਵਿਦ ਕੈਪਟਨ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਜਾਂ ਮੋਦੀ ਸਾਹਿਬ ਨੂੰ ਇੱਕ ਚਾਹ ਵਾਲਾ ਬਣਾ ਕੇ ਪੇਸ਼ ਕੀਤਾ, ਚਾਹ ਦਾ ਪਤਾ ਨਹੀਂ ਕਿ ਇੱਕ ਬਣਾਏ, ਇੱਕ ਸਕੀਮ ਵੀ ਚਲਾਈ ਸੀ ਕਿ ਮੋਦੀ ਨਾਲ ਚਾਹ ਦਾ ਕੱਪ ਸਾਂਝਾ ਕਰਨ ਵਾਲੀ। ਸੋ ਇਹ ਜਿਹੜਾ ਇਹਨਾਂ ਮੁਹਾਵਰਿਆਂ ਦਾ ਘਾੜਾ ਸੀਗਾ ਪੀ ਕੇ ਪ੍ਰਸ਼ਾਂਤ ਕਿਸ਼ੋਰ, ਉਹ ਅੱਜ ਕੱਲ੍ਹ ਭਾਰਤ ਦੀ ਸਿਆਸੀ ਸਕਰੀਨ ਤੋਂ ਮਿਸ ਜਿਹਾ ਨਜ਼ਰ ਆ ਰਿਹਾ। ਕੋਈ ਕਾਫੀ ਦਿਨ ਹੋ ਗਏ ਕੋਈ ਉਹਨਾਂ ਦੀ ਖਬਰ ਨਹੀਂ ਸੁਣੀ, ਕਿਉਂਕਿ ਇਸ ਤਰ੍ਹਾਂ ਦੀਆਂ ਗੱਲਾਂ ਸਾਡੇ ਜੁੜ ਗਈਆਂ ਨੇ ਸਿਆਸਤ ਨਾਲ ਕਿ ਉਹ ਚਾਹੇ ਤਾਂ ਕਿਸੇ ਨੂੰ ਕੁਝ ਵੀ ਬਣਾ ਸਕਦਾ, ਕਿਉਂਕਿ ਉਹ ਮੈਨੇਜਮੈਂਟ ਦਾ ਐਡਾ ਐਕਸਪਰਟ ਬੰਦਾ ਹੈ। ਤੇ ਅੱਜ ਕੱਲ੍ਹ ਉਹ ਜਦੋਂ ਦਾ ਰਾਹੁਲ ਗਾਂਧੀ ਨਾਲ ਅੱਗੇ ਪਿੱਛੇ ਹੋ ਗਿਆ ਕੰਮ, ਉਹਨਾਂ ਦਾ ਥੋੜ੍ਹਾ ਜਿਹਾ ਬਣਦਾ ਕੰਮ ਖੇਰ ਵਿਗੜ ਗਿਆ, ਉਹ ਕਿਤੇ ਰਾਜਸੀ ਦ੍ਰਿਸ਼ ਤੇ ਨਜ਼ਰ ਨਹੀਂ ਆ ਰਹੇ। ਉਹ ਚਾਹੇ ਤਾਂ ਕਿਸੇ ਨੂੰ ਕੁਝ ਵੀ ਬਣਾ ਦੇ, ਪਰ ਉਹ ਚਾਹੇ ਤਾਂ ਆਪਣੇ ਆਪ ਨੂੰ ਕੁਝ ਨਹੀਂ ਬਣਾ ਸਕਦਾ। ਪ੍ਰੈਕਟਿਸ ਨਹੀਂ, ਉਹ ਹੁਣ ਆਪਣੇ ਆਪ ਨੂੰ ਕੁਝ ਬਣਾਉਣਾ ਚਾਹੁੰਦਾ, ਜਿਹੜਾ ਸ਼ਾਇਦ ਉਹ ਆਪਣੀ ਜੀਵਨ ਦੀ ਸਭ ਤੋਂ ਵੱਡੀ ਗਲਤੀ ਕਰਦੇ, ਕਿਉਂਕਿ ਉਹ ਮੈਨੇਜਮੈਂਟ ਦਾ ਬੰਦਾ ਆ ਕਿ ਪੈਸੇ ਲੈ ਕੇ ਕੰਮ ਕਰਦਾ ਹੈ। ਕਿਸੇ ਵੇਲੇ ਉਹਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 2014 ਦੇ ਵਿੱਚ ਦੇਸ਼ ਦੀ ਸੱਤਾ ਦੇ ਉੱਤੇ ਕਾਬੂ ਕਰਵਾਉਣ ਦੇ ਵਿੱਚ ਵੱਡੀ ਐਕਸ਼ਨ ਦੇ ਤੌਰ ਤੇ ਕੰਮ ਕੀਤਾ, ਤੇ ਉਹ ਉਹਦੇ 'ਚ ਸਫਲ ਰਿਹਾ। ਤੇ ਉਹਦੀ ਉਹ ਸਫਲਤਾ ਜਿਹੜੀ ਹੈ ਉਹ ਇੱਕ ਤੋਂ ਵੱਧ ਵਾਰ ਦੁਹਰਾਈ ਗਈ ਵੱਖ-ਵੱਖ ਸੂਬਿਆਂ ਦੇ ਵਿੱਚ, ਵੱਖ-ਵੱਖ ਰਾਜਨੀਤਿਕ ਪਾਰਟੀਆਂ। ਇਸ ਕਰਕੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਚਾਹੇ ਤਾਂ ਕਿਸੇ ਨੂੰ ਵੀ ਰਾਜਨੀਤਿਕ ਧਿਰ ਜਿਹੜੀ ਹੈ ਉਹ ਜਿਹੜੀ ਬਹੁਤ ਬੁਰੀ ਤਰ੍ਹਾਂ ਜਿਹੜੀ ਹੈ ਪੱਛੜ ਚੁੱਕੀ ਹੋਵੇ, ਡਿੱਗ ਚੁੱਕੀ ਹੋਵੇ, ਉਹਨੂੰ ਦੁਬਾਰਾ ਖੜੀ ਕਰਨ ਦੇ ਵਿੱਚ ਮਦਦ ਕਰ ਸਕਦਾ। ਉਹਦੇ ਕੋਲ ਇਸ ਤਰ੍ਹਾਂ ਦੀ ਸੋਚ ਤੇ ਹੈ, ਜਿੱਦਾਂ ਕਹਿ ਲਓ ਵੀ ਵੱਖ-ਵੱਖ ਸਮਾਜ ਦੇ ਹਿੱਸਿਆਂ ਦੇ ਵਿੱਚ ਕੁਝ ਲੋਕਾਂ ਦੇ ਕੋਲ ਇੱਦਾਂ ਦੇ ਲੋਕ ਹੁੰਦੇ ਜਿਹਨਾਂ ਨੂੰ ਉਹਨਾਂ ਨੂੰ ਟੋਕਿਆਂ ਦੇ ਰਾਹੀਂ ਕਈ ਲੋਕਾਂ ਨੂੰ ਡਿੱਗਿਆਂ ਨੂੰ ਜਿਹੜਾ ਖੜਾ ਕਰ ਦਿੰਦੇ ਆ। ਰਾਜਨੀਤੀ ਦੇ ਵਿੱਚ ਡਿੱਗੇ ਹੋਏ ਲੋਕਾਂ ਨੂੰ ਜਾਂ ਜਿਹੜੇ ਲੋਕ ਸੱਤਾ ਤੋਂ ਬਾਹਰ ਨੇ, ਉਹਨਾਂ ਨੂੰ ਸੱਤਾ 'ਚ ਵਾਪਸ ਲਿਆਉਣ ਵਾਸਤੇ ਇੱਕ ਮਦਦਗਾਰ ਦੇ ਤੌਰ ਦੇ ਉੱਤੇ ਇਲੈਕਸ਼ਨ ਦਾ ਜਾਂ ਚੋਣ ਦਾ ਜਿਹੜਾ ਰਣਨੀਤੀਕਾਰ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਪ੍ਰਸ਼ਾਂਤ ਕਿਸ਼ੋਰ ਦਿਖਾਈ ਦਿੱਤੇ ਹੈ, ਜਿਨ੍ਹਾਂ ਦੀ ਸਫਲਤਾ ਦਾ ਜਿਹੜਾ ਰੇਟ ਹੈ ਉਹ 99% ਰਿਹਾ। ਪਰ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਆ ਖੁਦ ਰਾਜਨੀਤੀ ਚ ਆਉਣ ਦੀ, ਉਦੋਂ ਉਹ ਫੇਲ ਹੋਏ ਆ। ਉਹਨਾਂ ਨੇ ਬਿਹਾਰ ਦੇ ਵਿੱਚ ਜਨਤਾ ਨੇ ਯੂਨਾਈਟਿਡ ਦਾ ਪੱਲਾ ਫੜਿਆ, ਪਰ ਨਿਤੀਸ਼ ਕੁਮਾਰ ਦੇ ਕਹਿ ਲਓ ਵੀ ਵਿਅਕਤੀਤਵ ਦੇ ਭਾਰ ਹੇਠਾਂ ਦੱਬ ਕੇ ਉਹ ਰਹਿ ਗਿਆ ਤੇ ਉਹਦੇ ਤੋਂ ਬਾਹਰ ਆ ਗਿਆ। ਤੇ ਫਿਰ ਉਹਨੇ ਯਤਨ ਕੀਤਾ ਵੀ ਕਾਂਗਰਸ ਪਾਰਟੀ ਰਾਹੀਂ ਹੀ ਆਪਣੀ ਰਾਜਨੀਤੀ ਜਿਹੜੀ ਹੈ ਡਾਇਰੈਕਟਲੀ ਚੁਕਾ ਲਈ ਜਾਏ। ਤਾਂ ਉੱਥੇ ਵੀ ਜਦੋਂ ਉਹਨੇ ਦੇਖਿਆ ਕਿ ਉੱਥੇ ਉਹਨਾਂ ਦੀ ਦਾਲ ਨਹੀਂ ਗਲਣੀ ਤਾਂ ਉੱਥੋਂ ਬਾਹਰ ਆ ਗਏ। ਤੇ ਫਿਰ ਉਹਨਾਂ ਨੇ ਪਿੱਛੇ ਜੇ ਐਲਾਨ ਕੀਤਾ ਕਿ ਉਹ ਡਾਇਰੈਕਟਲੀ ਰਾਜਨੀਤੀ ਚਾਹੁਣਗੇ ਆਪਣੀ ਧਿਰ ਬਣਾ ਕੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਬਿਹਾਰ ਤੋਂ ਅਸੀਂ ਸ਼ੁਰੂਆਤ ਕਰਾਂਗੇ। ਉਹ ਸ਼ੁਰੂਆਤ ਸ਼ਾਇਦ ਕਰਨ ਦੀ ਜਿਹੜੀ ਉਹ ਤਿਆਰੀ ਕਰ ਰਹੇ ਆ, ਕਿਉਂਕਿ ਧਮਾਕਾ ਕਰਨ ਦੀ ਉਹ ਕੋਸ਼ਿਸ਼ ਕਰਨਗੇ, ਕਿਉਂਕਿ ਪੂਰਾ ਜੋੜ ਕਰਕੇ ਸ਼ੁਰੂਆਤ ਬਿਹਾਰ ਤੋਂ ਕਰਕੇ ਕਹਿੰਦੇ ਸੀ ਜੇ ਬਿਹਾਰ ਦੇ ਲੋਕਾਂ ਨੇ ਮੁਹੱਬਤ ਦਿੱਤੀ ਤਾਂ ਫਿਰ ਅਸੀਂ ਰਾਜਨੀਤਿਕ ਧਿਰ ਦੇ ਰੂਪ ਦੇ ਵਿੱਚ ਵੀ ਦਿਖਾਈ। ਸੋ ਇਹ ਯਤਨ ਦੇ ਵਿੱਚ ਨੇ, ਇਹ ਯਤਨ ਜਿਹੜੇ ਆ ਮੈਨੂੰ ਨਹੀਂ ਲੱਗਦਾ ਕੋਈ ਬਹੁਤੇ ਸਫਲ ਹੋਣ ਵਾਲੇ ਆ। ਚੋਣ ਰਣਨੀਤੀਕਾਰ ਹੋਣਾ, ਇੱਕ ਮੈਨੇਜਰ ਹੋਣਾ ਹੋਰ ਗੱਲ ਹੈ, ਰਾਜਨੀਤੀਵਾਨ ਹੋਣਾ ਬਹੁਤ ਵਧੀਆ ਉਸਨੇ ਚੀਜ਼ਾਂ। ਤੁਸੀਂ ਕਿਸੇ ਰਾਜਨੀਤਿਕ ਧਿਰ ਵਾਸਤੇ ਚੋਣ ਰਣਨੀਤੀਕਾਰ ਦੇ ਤੌਰ ਦੇ ਉੱਤੇ ਤੁਸੀਂ ਉਹਨਾਂ ਨੂੰ ਪੁੱਛ ਕੇ ਦੱਸ ਸਕਦੇ ਹੋ, ਕਾਫੀ ਕੈਪਟਨ ਦਾ ਸਲੋਗਨ ਕਰ ਸਕਦੇ ਹੋ ਜਾਂ ਬਾਕੀ ਚੀਜ਼ਾਂ ਕਰ ਸਕਦੇ ਹੋ। ਪਰ ਆਪਣੀ ਰਾਜਨੀਤੀ ਲਈ ਜੇ ਤੁਸੀਂ ਆਓਗੇ ਤੁਹਾਨੂੰ ਇੱਕ ਆਰਗੇਨਾਈਜੇਸ਼ਨ ਚਾਹੀਦੀ ਹੈ। ਜਿਨ੍ਹਾਂ ਲਈ ਵੀ ਉਹਨੇ ਕੰਮ ਕੀਤਾ ਉਹਨਾਂ ਕੋਲ ਇੱਕ ਜਥੇਬੰਦਕ ਢਾਂਚਾ ਸੀ, ਚਾਹੇ ਉਹ ਢਾਂਚਾ ਜਥੇਬੰਦਕ ਜਿਹੜਾ ਉਹ ਜਰਜਰ ਹੋ ਚੁੱਕਾ ਹੋਵੇ, ਚਾਹੇ ਉਹ ਮਜ਼ਬੂਤ ਹੋਵੇ, ਉਸ ਢਾਂਚੇ ਨੂੰ ਉਹਨਾਂ ਨੂੰ ਇੱਕ ਸਟਰਕਚਰ ਮਿਲਿਆ। ਉਸ ਸਟਰਕਚਰ ਦੇ ਵਿੱਚ ਉਹਨਾਂ ਨੇ ਆਕਸੀਜਨ ਕੱਢੀ ਤੇ ਆਪਣੇ ਲਈ ਉਹਨਾਂ ਨੂੰ ਸਟਰਕਚਰ ਬਣਾਉਣਾ ਪਿਆ। ਸਟਰਕਚਰ ਬਣਾਉਣਾ ਕੋਈ NGO ਨਹੀਂ ਹੈ, ਪਾਰਟੀ ਕੋਈ NGO ਨਹੀਂ ਹੁੰਦੀ। ਪਾਰਟੀ ਇੱਕ ਰਾਜਨੀਤਿਕ ਵਿਚਾਰਧਾਰਾ ਦੇ ਸਿਰ ਦੇ ਉੱਤੇ ਖੜ੍ਹਦੀ ਹੋਵੇ। ਰਾਜਨੀਤਿਕ ਵਿਚਾਰਧਾਰਾ ਜਿਹੜੀ ਹੈ
ਉਹ ਸੂਟ ਕਰਦੀ ਹੋਵੇ ਲੋਕਾਂ ਨੂੰ ਜਾਂ ਨਾ ਕਰਦੀ ਹੋਵੇ, ਪਰ ਜਿਹੜੀ ਵੀ ਪਾਰਟੀ ਆਏਗੀ ਇੱਕ ਰਾਜਨੀਤਿਕ ਵਿਚਾਰਧਾਰਾ ਲੈ ਕੇ ਆਏਗੀ। ਉਸ ਰਾਜਨੀਤਿਕ ਵਿਚਾਰਧਾਰਾ ਦੇ ਉੱਤੇ ਇੱਕ ਢਾਂਚਾ ਖੜਾ ਹੋਏਗਾ, ਜਥੇਬੰਦਕ ਢਾਂਚਾ। ਇਸ ਕਰਕੇ ਪਾਰਟੀ ਕੋਈ ਕੰਪਨੀ ਨਹੀਂ ਹੁੰਦੀ। ਵੱਖਰੀ ਗੱਲ ਹੈ ਕਿ ਪਰਿਵਾਰਾਂ ਨੇ ਪਾਰਟੀਆਂ ਨੂੰ ਕੰਪਨੀਆਂ ਬਣਾ ਲਿਆ। ਇਸ ਕਰਕੇ ਕਿਹਾ ਜਾਣ ਲੱਗ ਪਿਆ ਕਿ ਇਹ ਬਾਦਲ ਐਂਡ ਕੰਪਨੀ ਹੈ ਜੀ, ਜਾਂ ਇਹ ਕਾਂਗਰਸ ਪਾਰਟੀ ਬਾਰੇ ਕਿਹਾ ਜਾਣ ਲੱਗ ਪਿਆ ਕਿ ਇਹ ਨਹਿਰੂ ਗਾਂਧੀ ਦੀ ਪਾਰਟੀ ਹੈ। ਉਹ ਭਾਰਤੀ ਜਨਤਾ ਪਾਰਟੀ ਵਾਸਤੇ ਕਿਹਾ ਜਾਣ ਲੱਗ ਪਿਆ ਵੀ ਇਹ ਮੋਦੀ ਤੇ ਅਮਿਤ ਸ਼ਾਹ ਦੇ ਕਬਜ਼ੇ 'ਚ ਹੈ। ਵੱਖਰੀ ਗੱਲ ਹੈ ਕਿ ਕੁਝ ਬੰਦੇ ਪਾਰਟੀਆਂ ਨੂੰ ਪ੍ਰਾਈਵੇਟ ਲਿਮਿਟਡ ਕੰਪਨੀਆਂ ਬਣਾ ਲੈਂਦੇ, ਪਰ ਪਾਰਟੀਆਂ ਕਦੇ ਵੀ ਕੋਈ ਕੰਪਨੀਆਂ ਨਹੀਂ ਹੁੰਦੀਆਂ। ਤੇ ਇਹ ਬੰਦੇ ਕੰਪਨੀਆਂ ਲਈ ਕੰਮ ਕਰਦੇ ਰਹੇ ਆ, ਪਾਰਟੀਆਂ ਲਈ ਵੀ ਕੰਮ ਕਰਦੇ ਰਹੇ ਆ। ਇਹਨਾਂ ਕੋਲ ਇੱਕ ਢਾਂਚਾ ਉਹਨਾਂ ਨੂੰ ਮਿਲਦਾ ਕਿ ਇਹਨਾਂ ਨੇ ਵਰਕ ਕੀਤਾ, ਇਹਨੂੰ ਆਪਣਾ ਢਾਂਚਾ ਕੀਤਾ। ਇਸ ਕਰਕੇ ਬਹੁਤ ਮੁਸ਼ਕਿਲ ਹੋਏਗਾ ਇਹ ਲੋਕ ਜਿਹੜੇ ਕਿਸੇ ਨੂੰ ਕੁਝ ਵੀ ਬਣਾ ਸਕਦੇ ਰਾਜਨੀਤੀ ਦੇ ਵਿੱਚ, ਆਪਣੇ ਆਪ ਨੂੰ ਕੁਝ ਨਹੀਂ ਬਣਾ ਸਕਦੇ। ਮੇਰਾ ਮੰਨਣਾ ਹੈ। ਬਿਲਕੁਲ। ਅੱਛਾ ਦਸਾਂਝ ਸਾਹਿਬ, ਹੁਣ ਫਿਰ ਪੰਜਾਬ ਵੱਲ ਪਰਤੀਏ। ਪੰਜਾਬ ਦੇ ਇਲੈਕਸ਼ਨ ਦੀ ਪਹਿਲੀ ਗਰੰਟੀ ਦਿੱਤੀ ਸੀ ਕੇਜਰੀਵਾਲ ਰਾਣਾ ਨੇ, ਬਿਜਲੀ ਫ੍ਰੀ, ਜ਼ੀਰੋ ਬਿੱਲ ਆਏਗਾ, ਤੇ ਹੁਣ ਭਗਵੰਤ ਮਾਨ ਰਾਣਾ ਨੇ ਉਹਨੂੰ ਮਨਜ਼ੂਰੀ ਦੇ ਦਿੱਤੀ ਆ। ਉਹਦੇ ਬਾਰੇ ਜਦੋਂ ਇਹ ਚਰਚਾਵਾਂ ਚੱਲਦੀਆਂ ਸੀ ਤੇ ਬਹੁਤ ਲੱਗਦਾ, ਹਾਂਜੀ ਜੀ ਦਸਾਂਝ ਸਾਹਿਬ, ਹਾਂਜੀ ਨਹੀਂ ਠੀਕ ਹੈ, ਠੀਕ ਚੱਲ ਰਹੀ। ਹਾਂ ਕੋਈ ਗੱਲ ਨਹੀਂ, ਇੰਟਰਨੈਟ ਦੀ ਕਦੀ ਕਦੀ ਸਮੱਸਿਆ ਆ ਜਾਂਦੀ ਹੈ ਇਸ ਤਰ੍ਹਾਂ ਦੀ। ਠੀਕ ਗੱਲ ਤੁਹਾਡੀ ਸੁਣ ਰਹੀ ਆ, ਕੋਈ ਚੱਕਰ ਨਹੀਂ ਹੈ, ਠੀਕ ਚੱਲ ਰਿਹਾ। ਮੈਂ ਇਹ ਕਹਿ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਰਾਣਾ ਦੀ ਪਹਿਲੀ ਗਰੰਟੀ ਬਿਜਲੀ ਦੇ ਨੂੰ ਲੈ ਕੇ ਸੀਗੀ ਕਿ 300 ਯੂਨਿਟ ਬਿਜਲੀ ਜਿਹੜੀ ਫ੍ਰੀ ਦੇਵਾਂਗੇ। ਉੱਤੇ ਬੜੀ ਸਿਆਸਤ ਹੋਈ, ਚਰਨਜੀਤ ਚੰਨੀ ਰਾਣਾ ਨੇ ਵੀ ਉਹ ਸਿਆਸਤ ਖੇਡੀ ਔਰ ਇਹਨਾਂ ਨੇ ਵੀ ਕੀਤੀ, ਔਰ ਬਾਅਦ ਚ ਕਿਹਾ ਬੜਾ ਕੁਝ ਤੇ ਕਿੰਤੂ ਪਰੰਤੂ ਵੀ ਹੋਣੇ ਸ਼ੁਰੂ ਹੋ ਗਏ ਕਿ ਉਹ 1 ਕਿਲੋਵਾਟ ਲਈ ਹੋਏਗੀ, 2 ਕਿਲੋਵਾਟ ਲਈ ਹੋਏਗੀ, ਜਾਤੀ ਆਧਾਰਿਤ ਹੋਏਗੀ, ਗਰੀਬ ਵਰਗ ਨੂੰ ਹੋਏਗੀ, ਨਹੀਂ ਹੋਏਗੀ, ਕਿਹਨੂੰ ਨਹੀਂ ਹੋਏਗੀ। ਪਰ ਅਲਟੀਮੇਟਲੀ ਇਹ ਹੋਇਆ ਕਿ ਲੋਡ ਭਾਵੇਂ ਕਿਸੇ ਦਾ ਕਿੰਨਾ ਵੀ ਆ, 300 ਯੂਨਿਟ ਤੱਕ ਫ੍ਰੀ ਹੈ। ਜਿਹੜੇ ਬੰਦੇ ਵੱਧ ਲੋਡ ਵਾਲੇ ਆ ਉਹਨਾਂ ਦੀ 300 ਤੋਂ ਵੱਧ ਬਾਲੀ ਜਾਏਗੀ ਤੇ ਉਹਨਾਂ ਨੂੰ ਪੂਰਾ ਬਿੱਲ ਆਏਗਾ। ਜੇ 1 ਕਿਲੋਵਾਟ ਤੋਂ ਵਾਲੇ ਲੋਡ ਵਾਲੇ ਲੋਕ ਹੈ ਤੇ ਉਹ 300 ਤੋਂ ਉੱਪਰ ਜਿੰਨੀ ਬਾਲਦੇ ਉਹਨਾਂ ਨੂੰ ਬਿੱਲ ਆਏਗਾ। ਇਸ ਤਰ੍ਹਾਂ ਦੀਆਂ ਕੋਈ ਗਰੰਟੀਆਂ, ਤੇ ਉਹ ਕਿਆ ਆਪਣੇ ਐਨ ਖੁਸ਼ੀ ਦੇ ਮੌਕੇ ਤੋਂ ਪਹਿਲਾਂ ਭਗਵੰਤ ਮਾਨ ਰਾਣਾ ਨੇ ਕਿ ਅਸੀਂ ਜੋ ਕਹਿੰਦੇ ਆ ਉਹ ਕਰਕੇ ਵਿਖਾਉਂਦੇ ਆ। ਸੋ ਭਾਵੇਂ ਬਹੁਤ ਸਾਰੇ ਲੋਕ ਤੁਹਾਡੇ ਵਰਗੇ ਮੇਰੇ ਵਰਗੇ ਸਮਝਦੇ ਆ ਕਿ ਫ੍ਰੀ ਵਾਲੀ ਰਾਜਨੀਤੀ ਜਿਹੜੀ ਆ ਉਹ ਕਿਤੇ ਨਾ ਕਿਤੇ ਅਜੇ ਇਹਨਾਂ ਹਾਲਾਤਾਂ 'ਚ ਸਾਨੂੰ ਸੂਟ ਨਹੀਂ ਕਰ ਰਹੀ। ਠੀਕ ਹੈ, ਅੱਗੇ ਚੱਲ ਕੇ ਜੇ ਸਾਡੇ ਕੋਲ ਇੰਨੇ ਕੁ ਵਿੱਤ ਹੋਣ ਤੇ ਲੋਕਾਂ ਨੂੰ ਸਹੂਲਤ ਇਸ ਤਰ੍ਹਾਂ ਦੀ ਦੇਣੀ ਚੰਗੀ ਚੀਜ਼ ਵੀ ਆ। ਪਰ ਜਿਸ ਤਰੀਕੇ ਨਾਲ ਧੜਾ ਧੜ ਰਾਜਨੀਤਿਕ ਦਾ ਪੇਚ ਦੇ ਤੌਰ ਤੇ ਚੀਜ਼ਾਂ ਖੇਡੀਆਂ ਜਾਂਦੀਆਂ ਨੇ, ਜਿਵੇਂ ਜਾਂਦੇ ਜਾਂਦੇ ਕੈਪਟਨ ਸਾਹਿਬ ਔਰਤਾਂ ਨੂੰ ਫ੍ਰੀ ਸਫ਼ਰ ਵਾਲੀ ਸਹੂਲਤ ਦੇ ਗਏ। ਔਰਤਾਂ ਨੇ ਤਾਂ ਕਦੀ ਮੰਗੀ ਨਹੀਂ ਸੀ ਇਹ ਸਹੂਲਤ, ਤੇ ਨਾਲੇ ਕਰਨੀ ਵੀ ਕੀ ਹੈ, ਜਿਹੜੀਆਂ ਵਿਚਾਰੀਆਂ ਪਿੰਡ ਬੈਠੀਆਂ ਰੋਟੀ ਪਾਣੀ ਦੇ ਧੰਦੇ 'ਚ, ਤੇ ਉਹ ਸਹੂਲਤ ਜੇ ਕਿਤੇ ਚਾਹੀਦੀ ਵੀ ਆ ਤੇ ਕੋਈ ਚੋਣ ਵੀ ਇੱਦਾਂ ਦੀ ਹੋ ਸਕਦੀ ਸੀ ਕਿ ਜਿਹੜੀਆਂ ਕੋਈ ਜੌਬ ਕਰਨ ਵਾਲੀਆਂ ਔਰਤਾਂ ਨੇ, ਸਰਕਾਰੀ ਜੌਬ ਜਾਂ ਕੋਈ ਪ੍ਰਾਈਵੇਟ ਜੌਬ ਕਰਨ ਵਾਲੀਆਂ ਔਰਤਾਂ ਘੱਟ ਤਨਖਾਹ 'ਤੇ ਕੰਮ ਕਰਦੀਆਂ, ਕੋਈ ਚੋਣ ਵੀ ਇਸ ਤਰ੍ਹਾਂ ਦਾ ਕੋਈ ਕਰ ਲੈਂਦੇ ਤੇ ਬਿਹਤਰ ਸੀਗਾ। ਪਰ ਕਈ ਵਾਰ ਉਹਨਾਂ ਲੋਕਾਂ ਨੇ ਇਹ ਚੀਜ਼ ਮੰਗੀ ਨਹੀਂ ਹੁੰਦੀ, ਪਰ ਸਰਕਾਰ ਗਲ ਪਾ ਦਿੰਦੀ ਆ। ਪਰ ਜਦੋਂ ਇੱਕ ਵਾਰੀ ਸਾਡੇ ਗਲ ਪੈ ਜਾਂਦੀ ਆ, ਮੁਖਤਖੋਰੀ ਦੀ ਆਦਤ ਪੈ ਜਾਂਦੀ ਆ, ਤੇ ਉਹਨੂੰ ਹਟਾਉਣਾ ਬਹੁਤ ਔਖਾ। ਜੇ ਅੱਜ ਮੰਨ ਲਓ ਆਪਾਂ ਆਰਥਿਕ ਮੰਦਹਾਲੀ ਦੇ ਵਿੱਚ ਆ ਤੇ ਸਰਕਾਰ ਇਹ ਚਾਹਵੇ ਕਿ ਜਿਹੜੀ ਔਰਤਾਂ ਨੂੰ ਦਿੱਤੀ ਹੋਈ ਉਹ ਫੈਸਿਲਿਟੀ ਆ ਉਹਨੂੰ ਵਾਪਸ ਲੈ ਲਿਆ ਜਾਵੇ, ਤੇ ਇੱਕਦਮ ਉਬਾਲ ਆ ਜਾਏਗਾ ਇਸ ਚੀਜ਼ ਦਾ। ਇਸੇ ਤਰ੍ਹਾਂ ਹੀ ਹੁਣ ਇਹ 300 ਯੂਨਿਟ ਜਿਹੜੇ ਪੱਕੇ ਗਲ ਪੈ ਗਏ ਆ, ਇਹ ਮੈਨੂੰ ਨਹੀਂ ਲੱਗਦਾ ਕਿ ਨੇੜੇ ਭਵਿੱਖ 'ਚ ਜਿੱਦਾਂ ਐਗਰੀਕਲਚਰ ਸਬਸਿਡੀ ਦੀ ਗੱਲ ਹੋ ਜਾਂਦੀ ਆ, ਮੁੜ ਕੇ ਲੋਕਾਂ ਦੇ ਤਰਕ ਬਣ ਜਾਂਦੇ ਆ ਕਿ ਲੋੜ ਹੈ, ਇਹ ਕਰਨਾ ਹੀ ਪਏਗਾ। ਸੋ ਸਰਕਾਰਾਂ ਕਈ ਵਾਰ ਆਪਣੇ ਵਿਛਾਏ ਜਾਲ 'ਚ ਫਸੀਆਂ ਹੁੰਦੀਆਂ, ਉਹ 'ਚੋਂ ਨਿਕਲਣਾ ਔਖਾ। ਉਹਨਾਂ ਨੂੰ ਵੀ ਪਤਾ ਹੁੰਦਾ ਕਿ ਅਸੀਂ ਗਲਤ ਕਰ ਰਹੇ ਹਾਂ, ਪਰ ਕਿਉਂਕਿ ਵੋਟ ਬੈਂਕ ਹੈ ਤੇ ਇਹ ਕੰਮ ਚੱਲਦਾ ਰਹਿੰਦਾ। ਸੋ ਮੈਨੂੰ ਨਹੀਂ ਲੱਗਦਾ ਕਿ ਇਹਨੂੰ ਅਸੀਂ ਐਪਰੀਸ਼ੀਏਟ ਕਰੀਏ ਜਾਂ ਇਹਨੂੰ ਕ੍ਰਿਟਿਸਾਈਜ਼ ਕਰੀਏ। ਇਹ ਹੋਣਾ ਤੇ ਉਦਾਂ ਹੀ ਆ ਜਿੱਦਾਂ ਉਹਨਾਂ ਨੇ ਤੈਅ ਕੀਤਾ ਹੋਇਆ। ਸਾਡੇ ਇਹ ਕਹਿਣ ਨਾਲ ਕਿ ਇਹ ਇੱਕ ਗਲਤ ਜਿਹੜਾ ਵਰਤਾਰਾ ਹੈ ਇਹ ਬੰਦ ਵੀ ਨਹੀਂ ਹੋ ਸਕਣਾ, ਪਰ ਸਾਡਾ ਕੰਮ ਹੈ ਇਹ ਕਹਿਣਾ ਕਿ ਗਲਤ ਕੀ ਹੈ ਤੇ ਸਹੀ ਕੀ। ਤਾਂ ਕਰਕੇ ਅਸੀਂ ਇੱਥੇ ਚਰਚਾ ਕਰਦੇ ਹਾਂ। ਤੁਸੀਂ ਇਹਦੇ ਤੇ ਕੁਝ ਹੋਰ ਗੱਲ, ਬਹੁਤ ਚਰਚਾ ਹੋ ਗਈ ਵੈਸੇ, ਤੇ ਥੋੜੀ ਗੱਲ ਕਰਨੀ ਚਾਹੋ ਤੇ ਗੱਲ ਕਰ ਸਕਦੇ ਹੋ। ਇਹ ਵੀ ਚੀਜ਼ ਹੈ ਵੀ ਗੱਲ ਸਪਸ਼ਟ ਕੀਤਾ ਸਰਕਾਰ ਨੇ ਕਿ 300 ਯੂਨਿਟ ਵਾਲਾ ਮਸਲਾ ਜਿਹੜਾ ਕਿਉਂਕਿ ਬਹੁਤ ਟੈਕਨੀਕਲੀ ਜਿਹੜੀਆਂ ਕਈ ਚੀਜ਼ਾਂ ਨਹੀਂ ਪਤਾ ਲੱਗਦਾ, ਉਹ ਇਹ ਵੀ ਕੈਬਨਿਟ ਨੇ ਪਾਸ ਕਰ ਦਿੱਤਾ ਤੇ ਆਪਣੇ ਕਹਿਤਾ ਮਾਨਵਨਾ ਨੇ ਕਿ ਅਸੀਂ ਕਹਿੰਦੇ ਉਹ ਕਰਦੇ। ਤੇ ਉਹ ਇਹ ਕਿ 400 ਯੂਨਿਟ ਵੀ ਤੁਸੀਂ ਮਹੀਨੇ ਦਾ ਬਾੜ ਲਓਗੇ ਤਾਂ ਵੀ ਜਿਹੜਾ ਬਿੱਲ ਜਿਹੜਾ ਆ ਉਹ
ਅਗਲੇ ਮਹੀਨੇ ਜੇ ਤੁਸੀਂ 200 ਯੂਨਿਟ ਮੀਟਰ ਰੱਖਦੇ ਆ ਤਾਂ ਉਸ ਹਿਸਾਬ ਦੇ ਨਾਲ 600 ਯੂਨਿਟ ਕੰਪਲੀਟ ਹੋਏਗਾ ਤਾਂ ਤੁਹਾਡਾ ਬਿੱਲ ਨਹੀਂ ਆਏਗਾ। ਜੇ 601 ਯੂਨਿਟ ਹੋ ਗਿਆ ਤਾਂ ਜਿਹੜੇ ਇੱਕ ਗੁਰੂਵਾਰ ਤੋਂ ਉੱਪਰ ਵਾਲੇ ਆ ਉਹਨਾਂ ਨੂੰ ਤਾਂ ਫਿਰ 601 ਯੂਨਿਟ ਦੇ ਪੈਸੇ ਦੇਣੇ ਪੈਣਗੇ। ਮੇਰੇ ਦੱਸਣ ਦਾ ਭਾਵ ਇਹ ਹੈ ਕਿ ਜੇ 400 ਯੂਨਿਟ ਵੀ ਤੁਸੀਂ ਮਹੀਨੇ ਬਾਲ ਲਓਗੇ ਫਿਰ ਵੀ ਕੋਈ ਦਿੱਕਤ ਨਹੀਂ ਹੈ ਤੇ 200 ਯੂਨਿਟ ਤੁਹਾਨੂੰ ਪੈਸੇ ਉੱਪਰ ਰਹਿਣਾ ਪਊਗਾ ਅਗਲੇ ਮਹੀਨੇ। ਯਾਨੀ ਇਹ ਇੱਕ ਬਿੱਲ ਉੱਤੇ 600 ਯੂਨਿਟ ਫ੍ਰੀ ਹੈ। ਇੱਕ ਮਹੀਨੇ ਦਾ 300 ਯੂਨਿਟ ਵਾਲਾ ਜਿਹੜਾ ਫਾਰਮੂਲਾ ਆ ਉਹ ਇਸ ਢੰਗ ਨਾਲ ਨਹੀਂ ਹੈ ਵੀ 300 ਯੂਨਿਟ ਹੀ ਤੁਸੀਂ ਪਹਿਲੇ ਮਹੀਨੇ ਬਾਲਣੇ ਆ ਜੀ 300 ਯੂਨਿਟ ਦੂਜੇ ਮਹੀਨੇ, ਏਦਾਂ ਨਹੀਂ ਹੈ। ਪਹਿਲੇ ਮਹੀਨੇ ਜੇ ਤੁਹਾਡਾ 200 ਯੂਨਿਟ ਵੀ ਰਹੇਗਾ ਕੋਈ ਗੱਲ ਨਹੀਂ, ਫਿਰ ਤੁਹਾਡੇ ਕੋਲ ਅਗਲੇ ਮਹੀਨੇ 400 ਯੂਨਿਟ ਤੱਕ ਰਹੇਗਾ। ਜੇ ਤੁਸੀਂ 400 ਯੂਨਿਟ ਪਹਿਲੇ ਮਹੀਨੇ ਬਾਲ ਲਿਆ ਤਾਂ ਦੂਜੇ ਮਹੀਨੇ ਦੇ ਵਿੱਚ ਤੁਹਾਨੂੰ ਯਕੀਨ ਕਰਨਾ ਪਊਗਾ ਕਿ 200 ਯੂਨਿਟ ਹੀ ਬਣ ਗਏ ਤਾਂ ਜੋ 600 ਤੋਂ ਪਲੱਸ ਨਾ ਹੋਵੇ। ਬਾਕੀ ਤਾਂ ਤੁਸੀਂ ਜਦੋਂ ਦੱਸੇ ਦਿੱਤਾ ਇਸ ਵਿੱਚ ਕੋਈ ਲੰਬੀ ਗੱਲ ਨਹੀਂ ਕਰਨੀ, ਪਰ ਇਹਦੇ 'ਚ ਇਹ ਆ ਵੀ ਮੈਂ ਜੇ ਇੱਕ ਦੋ ਦਿਨ ਵਿੱਚ ਗੱਲ ਕਰਨੀ ਹੋਵੇ ਉਹ ਗਰੰਟੀਆਂ ਦਿੱਤੀਆਂ ਸੀ ਕਿ ਉਹ ਨਾ ਪੂਰੀਆਂ ਕਰਨ ਗਰੰਟੀਆਂ ਤਾਂ ਫਸਦੇ ਆ। ਠੀਕ ਹੈ, ਲੋਕਾਂ ਨੂੰ ਇੱਕ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਜਿਹੜੀਆਂ ਗਰੰਟੀਆਂ ਦਿੱਤੀਆਂ ਉਹਨੂੰ ਪੁੱਛਦੇ ਆ ਕਿ ਦੱਸੋ ਇਹੀ ਤਾਂ ਰਾਜਨੀਤੀ ਕਰਕੇ ਉਹ ਸੱਤਾ ਦੇ ਵਿੱਚ ਆਏ ਆ। ਦੂਸਰੀ ਗੱਲ ਹੈ ਕਿ ਬਹੁਤ ਅੱਗੇ ਹੋਏ ਸੀ ਇੱਦਾਂ ਦੀਆਂ ਗਰੰਟੀਆਂ ਤਾਂ ਕਾਂਗਰਸ ਨੇ ਵੀ ਦਿੱਤੀਆਂ ਸੀਗੀਆਂ, ਅਕਾਲੀਆਂ ਨੇ ਵੀ, ਅਕਾਲੀਆਂ ਨੇ ਤਾਂ ਮੇਰੇ ਖਿਆਲ 400 ਯੂਨਿਟ ਕਹਿੰਦੇ ਸੀ। ਲੋਕਾਂ ਨੇ ਅੱਕਿਆ ਹੋਇਆ ਨਹੀਂ ਲਿਆਂਦਾ, ਪਰ ਲੋਕਾਂ ਨਾਲ ਜਿਹੜੇ ਇਹਨਾਂ ਨੇ ਪ੍ਰੋਮਿਸਿਸ ਕੀਤੇ, ਵਾਅਦੇ ਕੀਤੇ ਜੇ ਉਹ ਪੂਰੇ ਨਾ ਕਰਨ ਤਾਂ ਵੀ ਫਸਦੇ। ਮਤਲਬ ਮੂੰਹ 'ਚ ਕੋਟ ਖੇਡ ਲਿਆ, ਅੰਦਰ ਵੀ ਨਹੀਂ ਜਾਂਦੀ ਤੇ ਬਾਹਰ ਵੀ ਨਹੀਂ ਜਾਂਦੀ। ਇਸ ਕਰਕੇ ਇਹ ਸਭ ਕਰਨਾ ਹੀ ਪੈਣਾ ਸੀ। ਪਰ ਜੇ ਅਸੀਂ ਇਹਨੂੰ ਰਿਐਲਿਟੀ 'ਚ ਦੇਖੀਏ, ਚਾਹੇ ਫ੍ਰੀ ਬੱਸ ਸੇਵਾ ਆ ਔਰਤਾਂ ਦੀ, ਚਾਹੇ ਇਹ ਹੋਰ ਗਰੰਟੀਆਂ ਜਿਹੜੀਆਂ ਪੂਰੀਆਂ ਕਰਨਗੀਆਂ ਔਰਤਾਂ ਨੂੰ ਕਿ 1000 ਕਰੋੜ ਦੇਣਾ ਹਾਲ ਤਾਂ ਪੰਜਾਬ ਬਹੁਤ ਬੁਰੀ ਤਰ੍ਹਾਂ ਫਸਣ ਵਾਲਾ ਹੈ। ਉਹਦੇ 10-15 ਸਾਲਾਂ ਤੱਕ ਪੰਜਾਬ ਦੀ ਹਾਲਤ ਇੰਨੀ ਕੁ ਮਾੜੀ ਹੋਣ ਵਾਲੀ ਕਿਉਂਕਿ ਸਾਡੇ ਕੋਲ ਇਨਕਮ ਦੇ ਸੋਰਸ ਕਿਤੇ ਨਹੀਂ ਹੈ। ਕੋਈ ਕਰਜ਼ਾ ਲਗਾਤਾਰ ਵੱਧ ਰਿਹਾ। 35,000 ਕਰੋੜ ਰੁਪਇਆ ਖੁਦ ਸਰਕਾਰ ਨੇ ਕਿਹਾ ਕਿ ਅਸੀਂ ਸਾਲ ਦਾ ਕਰਜ਼ਾ ਲਵਾਂਗੇ। 10,000 ਕਰੋੜ ਰੁਪਏ ਤੋਂ ਜ਼ਿਆਦਾ ਤਾਂ ਕਰਜ਼ਾ ਲੈ ਚੁੱਕੇ ਆ ਜਿੰਨੇ ਆਏ ਹੈ। ਮੈਂ ਮੋਟਾ ਜਿਹਾ ਹਿਸਾਬ ਲਾਉਣਾ ਕਿ ਅਗਲੇ ਸਾਲ ਜੇ ਐਸੀ 35,000 ਕਰੋੜ ਰੁਪਏ ਲੈਣਾ, ਅਗਲੇ ਸਾਲ ਇਹਨਾਂ ਨੂੰ 40,000 ਕਰੋੜ ਲੈਣਾ ਪੈਂਦਾ। ਉਸ ਤੋਂ ਅਗਲੇ ਸਾਲ ਇਹਨਾਂ ਨੂੰ ਉਸ ਦਿਨ ਆਪਾਂ ਲਾਈਏ ਵੀ ਸਾਲ ਦਾ ਇਹਨਾਂ ਨੇ 40,000 ਕਰੋੜ ਕਰਜ਼ਾ ਲੈਣਾ ਨਵਾਂ। ਜਿਹੜਾ ਪੁਰਾਣਾ ਕਰਜ਼ਾ 3 ਲੱਖ 10,000 ਕਰੋੜ ਦਾ ਖੜਾ ਉਹ ਵੱਖਰਾ ਉੱਤੇ ਵਿਆਜ ਲਿਖਣਾ ਪੈਂਦਾ। ਉਸ ਦਿਨ ਇੱਕ ਸਾਲ ਦਾ ਜੇ 40,000 ਕਰੋੜ ਤੱਕ ਕਰਜ਼ਾ ਲੈਂਦੇ ਤਾਂ 50 ਸਾਲਾਂ ਦੇ ਵਿੱਚ 2 ਲੱਖ ਕਰੋੜ ਯਾਨੀ 5 ਲੱਖ ਕਰੋੜ ਦਾ ਕਰਜ਼ਾ ਓਵਰਆਲ ਪੰਜਾਬ 'ਚ ਹੋਏਗਾ। ਜੇ ਇੰਟਰਸਟ ਵੀ ਪਾ ਦੇਈਏ, ਜਿਸ ਦਿਨ ਇਹ ਜਾਣ ਕੇ ਸੱਤਾ ਜਿਹੜਾ ਦੁਬਾਰਾ ਆਉਣਗੇ ਉਦੋਂ ਤੱਕ 7 ਲੱਖ ਕਰੋੜ ਦੇ ਕਰਜ਼ੇ ਇਹ ਲਗਾਤਾਰ ਵਾਧਾ ਜਾਏਗਾ। ਉਹਦੇ 10-15 ਸਾਲਾਂ ਤੱਕ ਅਸੀਂ ਦੇਖ ਸਕਦੇ ਹਾਂ ਵੀ ਕਿੰਨੇ ਕਰਜ਼ੇ ਚੁਕਾਂਗੇ। ਜਿਹੜੇ ਲੋਕ ਸਾਨੂੰ ਕਰਜ਼ਾ ਦੇ ਰਹੇ ਆ ਉਹ ਚਾਹ ਨੂੰ ਦਿੰਦੇ ਨੇ। ਮੈਂ ਛੋਟੀ ਭਾਸ਼ਾ ਦੀ ਗੱਲ ਕਰਦਾ, ਪਿੰਡ ਦੇ ਵਿੱਚ ਸ਼ਾਹੂਕਾਰ ਹੈ, ਬਾਣੀ ਹੈ, ਉੱਥੋਂ ਜਿਹੜਾ ਕੋਈ ਕਰਜ਼ਾ ਲੈਂਦਾ ਹੈ ਗਰੀਬ ਬੰਦਾ ਤੇ ਉਹਦੀ ਕੰਮ ਕਰਨਾ ਕੋਈ ਨਾ ਕੋਈ ਤਾਂ ਰੁਕਦਾ ਹੀ। ਤੇ ਹੌਲੀ ਹੌਲੀ ਫਿਰ ਉਹ ਜਿਹੜਾ ਉਹਦੀਆਂ ਬਾਣੀਆਂ ਜਾਂ ਕਹਿ ਲਓ ਕੋਈ ਗਹਿਣਾ ਮਾੜਾ ਮੋਟਾ ਹੁੰਦਾ ਉਹ ਬਾਣੀ ਇਹਦਾ ਹੀ ਹੋ ਜਾਂਦਾ। ਪੈਸੇ ਮੁੜਦੇ ਨਹੀਂ ਤੇ ਪੈਸੇ ਮੁੜਨੇ ਨਹੀਂ ਹੈ ਪੰਜਾਬ ਤੇ ਪੰਜਾਬ ਦਾ ਕੋਲੈਪਸ ਹੋ ਜਾਂਦਾ। ਜੇ ਕੋਈ ਲਿਖ ਕੇ ਦਿੱਤਾ ਹੀ ਹੋਊਗਾ ਵੀ ਹਾਂ ਵੀ ਦੇਸ਼ ਵੇਚਣ ਤੋਂ ਲੱਗਾ ਨਾ, ਜਿੱਦਾਂ ਅਸੀਂ ਕਹਿੰਦੇ ਆ ਵੀ ਉਹਨਾਂ ਚੰਦ ਸਿਆਰਾਂ ਨੂੰ ਸਾਰਾ ਮੁਲਕ ਵਿਖਾ ਦੇਣਾ, ਇੱਥੇ ਦੇਸ਼ ਵੇਚਣ ਤੇ ਲਾਇਆ ਹੋਇਆ। ਵਰਲਡ ਬੈਂਕ ਦੇ ਕੋਲ ਗਹਿਣੇ ਆ ਆਪਣਾ, ਕਿੰਨੀ ਕੁ ਦੇਰ ਸਰਵਾਈਵ ਹੋ ਸਕਦੀ। ਲੀਡ ਦੀ ਰਾਜਨੀਤੀ ਚਾਹੇ ਉਹ ਪੰਜਾਬ 'ਚ ਚਾਹੇ ਦੇਸ਼ 'ਚ ਬਰਬਾਦ ਕਰਦੇ। ਬਿਲਕੁਲ ਦਸਾਂਝ ਸਾਹਿਬ, ਚਲੋ ਆਪਾਂ ਕੈਲਕੂਲੇਸ਼ਨ ਇਸ ਮਿਥ ਦੇ ਹਿਸਾਬ ਤੱਕ ਕਰ ਰਹੇ ਹਾਂ ਕਿ ਇੰਨਾ ਕਰਜ਼ਾ ਹੁਣ ਲੈ ਲਿਆ, ਅੱਗੇ ਇੱਦਾਂ ਉਹਨਾਂ ਨੂੰ ਮਲਟੀਪਲਾਈ ਕਰ ਰਹੇ ਹਾਂ। ਜ਼ਰੂਰੀ ਨਹੀਂ ਇੱਦਾਂ ਹੋਵੇ। ਬਜਟ ਦੇ ਉੱਤੋਂ ਕੋਈ ਸੰਭਾਵਨਾਵਾਂ ਬਣੀਆਂ ਵੀ ਸੀ, ਨਵੀਆਂ ਚੀਜ਼ਾਂ ਵੀ ਸਾਹਮਣੇ ਆ ਰਹੀਆਂ, ਕੁਝ ਰੈਵਨਿਊ 'ਚ ਵਾਧਾ ਹੋ ਜਾਂਦਾ ਹੈ ਕੱਲ੍ਹ ਨੂੰ, ਜਾਂ ਕਿਸ ਤਰੀਕੇ ਨਾਲ ਸਰਕਾਰ ਗੰਭੀਰਤਾ ਨਾਲ ਕੰਮ ਕਰਦੀ ਆ ਤੇ ਇਹ ਕਰਜ਼ੇ ਦੇ ਉੱਤੇ ਜਿਹੜੀ ਟੇਕ ਆ ਹੌਲੀ ਹੌਲੀ ਘਟਦੀ ਵੀ ਜਾ ਸਕਦੀ। ਉਹਨਾਂ ਕੋਲ 5 ਸਾਲ ਨੇ, 5 ਸਾਲਾਂ 'ਚ ਜੇ ਥੋੜ੍ਹਾ ਬਹੁਤਾ ਵੀ ਪੋਜ਼ੀਟਿਵ ਢੰਗ ਨਾਲ ਉਹ ਕੰਮ ਕਰਕੇ ਕੁਝ ਰੈਵਨਿਊ ਦਾ ਜਨਰੇਸ਼ਨ ਚੰਗੇ ਢੰਗ ਨਾਲ, ਜਿੱਦਾਂ ਕਿਹਾ ਜਾਂਦਾ ਸੀਗਾ ਲਿਕਰ ਪਾਲਿਸੀ ਚੇਂਜ ਕਰਕੇ ਕੀਤੀ ਆ, ਟਰਾਂਸਪੋਰਟ ਪਾਲਿਸੀ ਸੁਰਤਾ ਨਾਲ ਚੰਗੀ ਬਣ ਜਾਵੇ, ਜਿਹੜੇ ਜਿੱਥੇ ਲੀਕੇਜ ਆ ਜਿੱਥੇ ਲੀਕੇਜ ਆ ਉਹਨੂੰ ਰੋਕਿਆ ਜਾ ਸਕੇ, ਤਾਂ ਫਿਰ ਕਿਤੇ ਨਾ ਕਿਤੇ ਉਮੀਦ ਕਰ ਸਕਦੇ ਹਾਂ ਕਿ ਕੁਝ ਹਾਲਾਤ ਸੁਖਾਵਾਂ ਮੋੜ ਲੈ ਸਕਦੇ ਆ, ਜਿਹਦੀ ਅਜੇ ਬਹੁਤੀ ਜ਼ਿਆਦਾ ਸਾਨੂੰ ਉਮੀਦ ਤੇ ਨਹੀਂ, ਪਰ ਉਮੀਦ ਛੱਡਣੀ ਨਹੀਂ ਚਾਹੀਦੀ। ਕਿਉਂਕਿ ਜੇ ਆਪਾਂ ਸਮਝਦੇ ਹਾਂ ਕਿ ਕੁਝ ਲੋਕ ਇਮਾਨਦਾਰੀ ਨਾਲ ਕੰਮ ਕਰ ਰਹੇ ਆ, ਸਿਰ ਸੁੱਟ ਕੇ ਕੰਮ ਕਰਨ ਲੱਗ ਪੈਣ
ਸਹੀ ਦਿਸ਼ਾ ਮਿਲ ਜਾਵੇ ਤੇ ਇਹ ਚੋਂ ਨਿਕਲਿਆ ਵੀ ਜਾ ਸਕਦਾ ਹੈ ਹੌਲੀ ਹੌਲੀ ਕਰਕੇ, ਚਾਹੇ ਹੋਰ 2 ਟਰਮਾਂ ਲੱਗ ਜਾਣ। ਜ਼ਰੂਰੀ ਨਹੀਂ ਕਿ ਆਮ ਆਦਮੀ ਵਾਲੀ ਪਾਰਟੀ ਵਾਲੇ ਕੱਢਣ, ਸਬਕ ਸਿੱਖ ਕੇ ਦੂਜੀਆਂ ਪਾਰਟੀਆਂ ਵੀ ਉਸ ਤਰ੍ਹਾਂ ਦਾ ਹੀ ਰੁਖ ਅਪਣਾਉਣ ਅਗਲੀ ਸਿਆਸਤ ਦਾ, ਤੇ ਹੌਲੀ ਹੌਲੀ ਪੰਜਾਬ ਦੀ ਇਸ ਦੁਰਦਸ਼ਾ ਜਿਹੜੀ ਇਹਦੀ ਬਣੀ ਹੋਈ ਆ ਇਹਦੇ ਚੋਂ ਬਾਹਰ ਆਉਣ ਵਾਲੇ ਪਾਸੇ ਮੁੜ ਸਕਦਾ। ਸਾਨੂੰ ਇਹ ਉਮੀਦ ਪਾਲਣੀ ਜ਼ਰੂਰ ਚਾਹੀਦੀ ਆ। ਔਰ ਦੂਜੀ ਗੱਲ, ਜਿੱਥੋਂ ਤੱਕ ਸਹੂਲਤਾਂ ਦੀ ਗੱਲ ਆ, ਜਿਹੜੇ ਮੁਲਕ ਸਰਪਲਸ ਹੁੰਦੇ ਆ ਬਜਟ ਦੇ ਵਿੱਚ ਉਹ ਸਹੂਲਤਾਂ ਦਿੰਦੇ ਨੇ। ਸਾਡੇ ਇੱਥੇ ਇੱਕ ਸਟੇਟ ਹੈ ਜਿੱਥੇ ਆਇਲ ਦਾ ਬੜਾ ਅੱਛਾ ਕੰਮ ਸੀ, ਅੱਜ ਕੱਲ੍ਹ ਤੇ ਆਇਲ ਦਾ ਕੰਮ ਨਹੀਂ ਉਸ ਤਰ੍ਹਾਂ ਦਾ ਰਿਹਾ। ਕੈਲਗਰੀ ਵਾਲਾ ਇਲਾਕਾ ਜਿਹੜਾ ਆ, ਤੇ ਉੱਥੇ ਪਿਛਲੇ ਦਿਨਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ $500 ਪਰ ਹੈਡ ਪਰ ਆਪਣੇ ਨਾਗਰਿਕ ਨੂੰ ਸਾਲ ਦੇ ਅਖੀਰ ਦੇ ਵਿੱਚ ਗਿਫਟ ਦੇ ਤੌਰ ਤੇ ਜਿਹੜਾ ਉਹ ਦਿੱਤਾ ਸੀਗਾ। ਯਾਨੀ ਕਿ ਬਹੁਤ ਕੁਝ ਕਰਦੀਆਂ ਨੇ ਸਰਕਾਰਾਂ ਸਭ ਜਗ੍ਹਾ। ਜੇ ਸਰਪਲਸ ਹੈ ਤੇ ਲੋਕਾਂ ਨੂੰ ਸਹੂਲਤ ਦੇਣੀ ਚਾਹੀਦੀ ਆ। ਸਾਡੇ ਇੱਥੇ ਬਰੈਂਪਟਨ ਦੇ ਵਿੱਚ 65 ਈਅਰ 올ਡ ਜਿਹੜੇ ਵਿਅਕਤੀ ਨੇ ਸੀਨੀਅਰ ਦੀ ਕੈਟਾਗਰੀ 'ਚ ਆ ਜਾਂਦੇ ਆ, ਉਹਨਾਂ ਨੂੰ ਫ੍ਰੀ ਬੱਸ ਦੀ ਸਹੂਲਤ ਮਿਲੀ ਹੋਈ ਆ ਕਿ ਉਹ ਬਜ਼ੁਰਗ ਜਦੋਂ ਚਾਹੁਣ ਜਿੱਥੇ ਚਾਹੁਣ ਉਹ ਜਾ ਸਕਣ, ਆਪਣਾ ਰਿਕ੍ਰੀਏਸ਼ਨ ਸੈਂਟਰ 'ਚ ਜਾ ਸਕਣ, ਉੱਥੇ ਉਹਨਾਂ ਦੀਆਂ ਸਹੂਲਤਾਂ ਨੇ। ਇਸ ਤਰ੍ਹਾਂ ਦੀਆਂ ਸਹੂਲਤਾਂ ਦੇ ਅਸੀਂ ਅਗੇਂਸਟ ਨਹੀਂ ਆ, ਪਰ ਨਾਲ ਦੀ ਨਾਲ ਵਿੱਤੀ ਦਸ਼ਾ ਜਿਹੜੀ ਉਹਨੂੰ ਸੁਧਾਰਨ ਵੱਲ ਜਿਹੜੇ ਆ ਗੰਭੀਰ ਉਪਰਾਲੇ ਜਿਹੜੇ ਆ ਉਹ ਕਰਨੇ ਬਹੁਤ ਜ਼ਰੂਰੀ ਆ। ਅੱਛਾ, ਹੁਣ ਇਸ ਖਬਰ ਨੂੰ ਆਪਾਂ ਛੱਡੀਏ, ਕੁਝ ਇੱਕ ਗੱਲਾਂ ਹੋਰ ਕਰ ਲਈਏ, ਸਮਾਂ ਆਪਣਾ ਹੋ ਗਿਆ। ਹਾਂਜੀ, ਕੁਝ ਕਹਿ ਰਹੇ ਸੀ ਤੁਸੀਂ? ਨਹੀਂ, ਸਮਾਂ ਹੁਣ ਬਹੁਤ ਜ਼ਿਆਦਾ ਨਹੀਂ ਆਗਿਆ ਦੇ ਰਿਹਾ, ਕਿਉਂਕਿ ਜ਼ਿਆਦਾ ਸਮਾਂ ਹੋ ਗਿਆ, ਕਦੀ ਗੱਲ ਨਹੀਂ ਆਪਾਂ ਕਰ ਸਕਾਂਗੇ, ਤੇ ਮੈਂ ਅਗਲੇ ਸ਼ੋਅ ਦੇ ਵਿੱਚ ਜਾਣਾ ਤੇ ਤੁਸੀਂ ਦੱਸੋ। ਹਾਂਜੀ, ਮੈਂ ਕਹਿ ਰਿਹਾ ਸੀਗਾ ਕਿ ਇੱਕ ਪਾਸੇ ਜਿਹੜੀ ਸਿਆਸਤ ਆ ਉਹ ਇਸ ਤਰ੍ਹਾਂ ਦੀ ਵੀ ਨਾਲ ਨਾਲ ਚੱਲ ਰਹੀ ਆ, ਜਿਹੜੀ ਕਰਪਸ਼ਨ ਨੂੰ ਜ਼ੀਰੋ ਟੋਲਰੈਂਸ ਵਾਲੀ। ਇੱਕ ਅੱਜ DSP ਦੇ ਉੱਤੇ ਕੇਸ ਹੋਇਆ 10 ਲੱਖ ਦੀ ਰਿਸ਼ਵਤ ਦੇ, ਪੁਲਿਸ ਨੇ ਆਪਣੇ ਅਫਸਰ ਨੂੰ ਫੜਿਆ। ਦੂਜੇ ਪਾਸੇ ਜਿਹੜਾ ਇੰਪਰੂਵਮੈਂਟ ਟਰਸਟ ਅੰਮ੍ਰਿਤਸਰ ਆ ਉਹਦੇ ਚੇਅਰਮੈਨ ਰਹੇ ਨੇ ਪੁਰਾਣੇ, ਪੈਸੇ ਤੇ ਉਹ ਕਾਂਗਰਸ ਵੇਲੇ ਰਹੇ, ਔਰ ਮੇਰੇ ਖਿਆਲ ਜਦੋਂ ਨਵਜੋਤ ਸਿੱਧੂ ਹੁੰਦੇ ਸੀ ਉਹਨਾਂ ਬਾਰੇ ਵੀ ਬਹੁਤ ਕਹਿੰਦੇ ਕਿ ਬੜੇ ਇਮਾਨਦਾਰ ਅਫਸਰ ਬੰਦੇ ਰਹੇ ਉਹ, ਤੇ ਉਹਨਾਂ ਦੀ ਬਣਾਏ ਹੋਏ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਅੱਜ ਕੱਲ੍ਹ ਵਾਹਵਾ ਵੱਡੇ ਕੇਸਾਂ 'ਚ ਨੇ। 17 ਫਾਈਲਾਂ ਉਹਨਾਂ ਦੀਆਂ ਖੁੱਲ੍ਹੀਆਂ ਹੋਈਆਂ ਨੇ, ਕੁਝ ਕੋਠੀ ਤੇ ਕਬਜ਼ਾ ਕੀਤਾ ਹੋਇਆ ਰਣਜੀਤ ਐਵਨਿਊ 'ਚ, ਤੇ ਉਹਨਾਂ ਦੀ ਗ੍ਰਿਫਤਾਰੀ ਹੋਈ ਆ। ਨਾਲ ਦੀ ਨਾਲ ਇਹ ਕੰਮ ਚੱਲ ਰਿਹਾ ਹੈ ਬੜੀ ਵੱਡੀ ਪੱਧਰ ਤੇ, ਨਾਲ ਦੀ ਨਾਲ ਜ਼ਮੀਨਾਂ ਖਾਲੀ ਕਰਾਉਣ ਦਾ ਕੰਮ ਚੱਲ ਰਿਹਾ। ਪੋਜ਼ਿਟਿਵ ਕੰਮ ਕਾਫੀ ਜਿਹੜੇ ਆ ਉਹ ਨਾਲ ਨਾਲ ਹੁੰਦੇ ਦਿਖ ਵੀ ਰਹੇ ਨੇ। ਆਪਾਂ ਨੂੰ ਉਹਨਾਂ ਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਕਿਤੇ ਨਾ ਕਿਤੇ ਸਰਕਾਰ ਦੀ ਇਹਨਾਂ ਕੰਮਾਂ ਲਈ ਤਾਰੀਫ ਵੀ ਕਰਨੀ ਬਣਦੀ ਆ ਕਿ ਉਹ ਖੁੱਲ੍ਹ ਕੇ ਉਹ ਕੰਮ ਕਰ ਰਹੇ ਨੇ ਜਿਨ੍ਹਾਂ ਦੀ ਲੋਕ ਤਵੱਕੋ ਕਰਦੇ ਸੀ। ਬਿਲਕੁਲ ਠੀਕ ਹੈ, ਬਿਲਕੁਲ ਤਾਰੀਫ ਕਰਨੀ ਚਾਹੀਦੀ ਹੈ, ਤਾਰੀਫ ਕਰਦੇ ਵੀ। ਸਭ ਤੋਂ ਵੱਧ ਤਾਰੀਫ ਤਾਂ ਇਸੇ ਗੱਲ ਦੀ ਕੀਤੀ ਕਿ ਆਪਣਾ ਜਿਹੜਾ ਸਿਹਤ ਮੰਤਰੀ ਵਿਜੇ ਸਿੰਗਲਾ ਉਹਨਾਂ ਨੂੰ ਖਾਸ ਕੀਤਾ ਗ੍ਰਿਫਤਾਰ। ਮਸਲਾ ਉੱਥੇ ਜਾ ਕੇ ਅੜ ਜਾਂਦਾ ਹੈ ਜਦੋਂ 2 ਪੇਸ਼ੀਆਂ ਉਹਦੀਆਂ ਹੋ ਚੁੱਕੀਆਂ। ਆ ਜਿਹੜੀਆਂ ਤੁਸੀਂ ਖਬਰਾਂ ਦੱਸੀਆਂ ਤੇ ਹੈਗੀਆਂ DSP ਵਾਲਿਆ ਕੋਈ ਚੱਲਦੀਆਂ ਰਹਿਣੀਆਂ, ਇੱਦਾਂ ਦੀ 40-45 ਬੰਦੇ ਵੀ ਪੜੇ ਆ। ਸਵਾਲ ਇਹ ਹੈ ਕਿ ਜਿਹੜਾ ਸਭ ਤੋਂ ਜ਼ਿਆਦਾ ਤੁਸੀਂ ਅਚੀਵਮੈਂਟ ਦੇ ਤੌਰ ਤੇ ਪੇਸ਼ ਕੀਤਾ ਉਹਦੇ ਲਈ ਸਰਕਾਰ ਦਾ ਵਕੀਲ ਉੱਥੇ ਕੀ ਕਰ ਰਿਹਾ? ਹਾਈ ਕੋਰਟ ਨੇ ਬਹੁਤ ਬੁਰੀ ਤਰ੍ਹਾਂ ਝਾੜਿਆ ਸਰਕਾਰ ਨੂੰ, ਵੀ ਨਾ ਤੁਸੀਂ ਰਿਕਵਰੀ ਪੇਸ਼ ਕਰ ਸਕੇ ਆ ਇਹਦੀ ਵਿਜੇ ਸਿੰਗਲਾ ਦੇ ਕੋਲੋਂ, ਨਾ ਤੁਸੀਂ ਕੋਈ ਇਹ ਸਾਬਤ ਕਰ ਸਕੇ ਆ ਵੀ ਇਹਨੇ ਕਮਿਸ਼ਨ ਮੰਗਿਆ। ਸਰਕਾਰੀ ਵਕੀਲ ਕੀ ਚਾਹੁੰਦਾ ਹੁਣ? ਇਹਨੂੰ ਜ਼ਮਾਨਤ ਦਾ ਵਿਰੋਧ ਕਰਦਾ ਜਾਂ ਜ਼ਮਾਨਤ ਦੇ ਰਹੀ ਹੈ? ਸਰਕਾਰੀ ਵਕੀਲ ਚੁੱਪ ਹੈ। ਮਤਲਬ ਇਸ ਸਥਿਤੀ ਦੇ ਵਿੱਚ ਵੀ ਤਾਂ ਧਿਆਨ ਰੱਖਣਾ ਚਾਹੀਦਾ ਵੀ ਕਾਲੀ ਤਾਂ ਨਹੀਂ ਕੋਈ ਕਦਮ ਪੁੱਛ ਲਿਆ ਗਿਆ, ਤੁਹਾਡੇ ਕੋਲ ਐਵੀਡੈਂਸ ਵੀ ਕੋਈ ਰਿਕਵਰੀ ਵੀ ਕੋਈ, ਸਰਕਾਰ ਚੁੱਪ ਹੈ ਤੇ ਹਾਈ ਕੋਰਟ ਨੂੰ ਝਟਕਾ ਖਾ ਰਹੀ ਹੈ ਸਰਕਾਰ। ਇਸ ਕਰਕੇ ਮੈਨੂੰ ਲੱਗਦਾ ਵੀ ਕਈ ਵਾਰੀ ਕਦਮ ਜਿਹੜੇ ਆ ਨਾ, ਜਾਂ ਤਾਂ ਤੁਸੀਂ ਹੁਣ ਜਿੱਦਾਂ ਭਾਰਤ ਭੂਸ਼ਣ ਆਸ਼ੂ ਵਾਲੀ ਗੱਲ ਨਿਕਲਿਆ 2000 ਕਰੋੜ ਰੁਪਏ ਦਾ ਟੈਂਡਰਾਂ ਦੇ ਵਿੱਚ ਕੰਮ ਲਾਇਆ, ਇਹ ਗੱਲ ਚੱਲ ਪਈ ਵੀ ਲੈ ਵੀ ਅੱਜ ਨਹੀਂ ਤਾਂ ਕੱਲ ਗ੍ਰਿਫਤਾਰੀ ਹੋਈ ਲਓ, ਗ੍ਰਿਫਤਾਰੀ ਹੁਣ ਹੋਈ ਉਹ ਗੰਦੀ ਨਹੀਂ ਮੁੱਕੀ ਚੱਲੀ। ਇਹਦਾ ਮਤਲਬ ਹੈ ਕਿ ਥੱਲੇ ਪੂਰੀ ਤਰ੍ਹਾਂ ਤਿਆਰੀ ਨਹੀਂ ਹੈਗੀ। ਕਾਹਲੀ ਚ ਕਈ ਕਦਮ ਚੁੱਕੇ ਹੋਏ ਜਿਹੜੇ ਆ ਕਈ ਵਾਰੀ ਸਰਕਾਰ ਨੂੰ ਦੋਸ਼ੀ ਦਾ ਵੀ ਸਬਬ ਜਿਹੜਾ ਬਣਾ ਦਿੰਦੇ, ਇਸ ਗੱਲ ਦਾ ਧਿਆਨ ਰੱਖੋ। ਮੈਨੂੰ ਲੱਗਦਾ ਵਿਜੇ ਸਿੰਗਲਾ ਵਾਲੇ ਕੇਸ ਦੇ ਵਿੱਚ ਕੋਈ ਚੀਜ਼ ਇਹਨਾਂ ਕੋਲ ਕੰਕਰੀਟ ਲੱਭਣੀ ਵੀ ਨਹੀਂ, ਸਿਵਾਏ ਇਸ ਗੱਲ ਦੇ ਕਿ ਉਹਨੇ CM ਦੀ ਹਾਜ਼ਰੀ 'ਚ ਇਹ ਗੱਲ ਮੰਨ ਲਈ ਗਈ, ਕਿਹਾ ਜਾਂਦਾ ਹੈ ਵੀਡੀਓ ਦੇ ਵਿੱਚ ਜਾਂ ਉਹਨਾਂ ਦੀ ਰਿਕਾਰਡਿੰਗ ਦੇ ਵਿੱਚ। ਉਹਨੂੰ ਉਸ ਐਵੀਡੈਂਸ ਨੂੰ ਕੋਰਟ ਕਿੰਨਾ ਕੁ ਮੰਨਦੀ ਆ ਇਹ ਮੈਨੂੰ ਪਤਾ ਨਹੀਂ, ਲਾ ਦੇ ਪੁਆਇੰਟ ਆਫ ਵਿਊ ਨਾਲ ਕੀ ਆ, ਤੇ ਕਿਤੇ ਇਹ ਨਾ ਹੋਵੇ ਕਿ ਉਹਨਾਂ ਨੂੰ ਬਰੀ ਕਰਕੇ ਬਾਹਰ ਲੈ ਆਂਦਾ ਜਾਵੇ ਤੇ ਇਹਨਾਂ ਦੀ ਹਾਸੋਹੀਣ ਸਥਿਤੀ ਬਣ ਜਾਵੇ ਜੇ ਇਹਨਾਂ ਨੇ ਉਹਦੇ ਲਈ ਕੋਈ ਹੋਰ ਗੰਭੀਰ ਜਿਹੜੇ ਯਤਨ ਨਾ ਕੀਤੇ ਤਾਂ। ਸੋ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਕੱਲ ਦੇ ਪ੍ਰੋਗਰਾਮ 'ਚ ਦੁਬਾਰਾ ਮਿਲਦੇ ਹਾਂ, ਕੁਝ ਹੋਰ ਗੱਲਾਂ ਬਾਤਾਂ ਆਪਾਂ ਫਿਰ ਕਰਾਂਗੇ, ਤੇ ਧੰਨਵਾਦ ਜੀ ਤੁਹਾਡਾ। ਬਿਲਕੁਲ।